बिसर गए सब तात पराए, बिसर गए सब तात पराए। जब ते साध संगत मोह पाए, जब ते साध संगत मोह पाए, बिसर गए सब तात पराए। सब महराब प्रभ एक, पेख पेख नानक बिगसाई, पेख पेख नानक बिगसाई, पेख पेख नानक बिगसाई, पेख पेख नानक बिगसाई। बिसर गए सब तात पराए, बिसर गए सब तात पराए। जब ते साध संगत मोह पाए, जब ते साध संगत मोह पाए, बिसर गए सब तात पराए, बिसर गए सब तात, बिसर गए सब, बिसर गए सब तात पराए। बड़ा तेरा दरबार, सच्चा तुध तख्त, सिर चाहा पद चाहो, नेत चौर छत। बड़ी बड़ी बड़ा मार तेरा मतवार, अंत नित नत जे अंदर जी सब जाना, सब तेरा तेरा कर पार। तेरे करम तुझे तुझ कर, मान माता तेरे अपना बचाए। धर्म कला भरपूर दिस जग कथा, नानक दास सुनदास आगे दिन बता। तेरा जी तेरा नाम सत है। वाहिगुरु जी का खालसा, वाहिगुरु जी की फतेह।
ਉਦਦ ਬੰਦਾਂ ਕਰ ਅਨੁਰਾਗ। ਸ਼੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਜ ਵਿਕਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ। ਏਕ ਓੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਕਰਾਮਾਤ ਸਾਹਿਬ ਬੜੇ ਸਮਰੱਥ ਸਭ ਭਾਂਤੀ। ਚਾਹੋ ਬਨਾਵੋ ਛਿਨਕ ਮਹਿ ਅਨ ਬਨ ਬਨ ਜਾਤੀ। ਨਰ ਲੀਲਾ ਕਲ ਕਾਲ ਕੀ ਕਰ ਜਗ ਦਿਖਰਾਵੋ। ਹਰਖ ਸ਼ੋਕ ਨਹਿ ਵਿਆਪਹੀ ਤਿਲ ਲੇਪ ਨ ਲਾਵੋ। ਕਰਾਮਾਤ ਸਾਹਿਬ ਵੱਡੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਦੀਨਾ ਬੰਧੂ ਕਿਰਪਾ ਦੇ ਸਾਗਰ ਜਾਗ ਦੀ ਜੋਤ 10 ਪਾਤਸ਼ਾਹਾਂ ਦੇ ਆਤਮਕ ਸਵਰੂਪ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰੂ ਜੀ ਦੀ ਮਿਹਰ ਸਦਕਾ ਆਪ ਜੀ ਸਤ ਸੰਗਤ ਵਿੱਚ ਸੁਖ ਮਾਣ ਰਹੇ ਹੋ। ਮਹਾਰਾਜ ਜੀ ਦੀ ਮਿਹਰ ਸਦਕਾ ਇਹ ਸਤ ਸੰਗਤ ਦੀਆਂ ਘੜੀਆਂ ਪ੍ਰਾਪਤ ਹੁੰਦੀਆਂ। ਜੇ ਸ਼ਬਦ ਵਿੱਚ ਮਨ ਲੱਗ ਜਾਵੇ, ਕੀਰਤਨ ਤੇ ਕਥਾ ਵਿੱਚ ਮਨ ਸੁਖ ਮੰਨਣ ਲੱਗ ਜਾਵੇ, ਇਹ ਸਭ ਤੋਂ ਵੱਡਾ ਸਤਿਗੁਰੂ ਜੀ ਦੇ ਘਰੋਂ ਪ੍ਰਸਾਦ ਪ੍ਰਾਪਤ ਹੁੰਦਾ ਹੈ। ਜੀਵਨ ਦੇ ਅੰਦਰ ਐਸਾ ਸੁਖ ਲੱਭ ਪੈਂਦਾ ਹੈ ਜਿਹੜਾ ਕਦੇ ਫਿਰ ਨਾਸ਼ ਨਹੀਂ ਹੁੰਦਾ। ਕੁਸੁੰਭਾ ਰੰਗ ਪਾਣੀ ਦੇ ਪੈਣ ਨਾਲ ਉਤਰ ਜਾਂਦਾ ਹੈ, ਡੱਬ ਖੜਪਾ ਹੋ ਜਾਂਦਾ ਹੈ, ਉਹਦੀ ਉਹ ਆਭਾ ਨਹੀਂ ਰਹਿੰਦੀ ਜਿਹੋ ਜਿਹਾ ਉਹ ਪਹਿਲਾਂ ਚਮਕਦਾ ਹੁੰਦਾ ਹੈ, ਆਪਣਾ ਪ੍ਰਭਾਵ ਦਿਖਾਉਂਦਾ ਹੈ। ਪਾਣੀ ਪੈਣ ਨਾਲ ਉਹ ਸਾਰਾ ਹੀ ਬੇਰੰਗ ਹੋ ਜਾਂਦਾ ਹੈ। ਇਹ ਮਾਇਆ ਦੇ ਸੁੱਖ, ਵਕਾਰਾਂ ਦੇ ਰਸ, ਇੰਦਰੀਆਂ ਦੇ ਰਸ ਇੱਕ ਸੁੰਬੇ ਰੰਗ ਵਾਂਗ ਬੜੇ ਚੰਗੇ ਲੱਗਦੇ ਹੈ, ਖਿੱਚ ਪਾਉਂਦੇ ਹੈ। ਪਰ ਜਦੋਂ ਦੁੱਖ ਰੂਪੀ ਪਾਣੀ ਪੈਂਦਾ ਨਾ, ਉਦੋਂ ਫਿਰ ਇਹ ਸਾਰੇ ਬੇਰਸੇ ਹੋ ਜਾਂਦੇ। ਮਾਇਆ ਵੀ ਸਾਥ ਨਹੀਂ ਦਿੰਦੀ, ਵਕਾਰਾਂ ਦੇ ਰਸ ਵੀ ਸਰੀਰ ਦੇ ਪੱਲੇ ਕੱਖ ਨਹੀਂ ਰਹਿਣ ਦਿੰਦੇ, ਇੰਦਰੀ ਵੀ ਢਲ ਜਾਂਦੇ ਹੈ। ਜਦੋਂ ਜੀਵ ਨੂੰ ਥੋੜ੍ਹੀ ਥੋੜ੍ਹੀ ਫਿਰ ਸੋਝੀ ਆਉਣ ਲੱਗਦੀ ਹੈ, ਉਦੋਂ ਜ਼ਿੰਦਗੀ ਦਾ ਬੜਾ ਸਮਾਂ ਹੱਥੋਂ ਲੰਘ ਗਿਆ ਹੁੰਦਾ ਹੈ। ਪਰ ਫਿਰ ਵੀ ਮਹਾਰਾਜ ਆਖਿਆ, ਕਾਲੀ ਧੌਲੀ ਸਾਹਿਬ ਸਦਾ ਹੈ, ਜੇ ਕੋ ਚਿੱਤ ਕਰੇ ਯਾਦ ਤਾਂ ਕਰਕੇ ਕੋਈ ਵੇਖੇ। ਫਿਰ ਇਹਦਾ ਅਰਥ ਇਹ ਨਹੀਂ ਕੱਢਣਾ ਚਾਹੀਦਾ ਕਿ ਅੱਛੇ ਚੱਲ ਬੁੱਢੇ ਬਾਰੇ ਜਪ ਲਾਂਗੇ। ਮਹਾਰਾਜ ਕਹਿੰਦੇ ਹੈ, ਜਿੰਨਾ ਤੋਂ ਸਰੀਰ
ਨਾਮ ਲੈ ਸਕਦਾ ਨਾ, ਉਹਨਾਂ ਬਿਰਧ ਅਵਸਥਾ 'ਚ ਨਹੀਂ ਲੈ ਸਕੇਗਾ। ਸਰੀਰ ਦੇ ਕਮਜ਼ੋਰ ਹੋਣ ਨਾਲ ਤੇਰੇ ਕੋਲ ਓਨੀ ਸੇਵਾ ਨਹੀਂ ਕੀਤੀ ਜਾਣੀ ਜਿੰਨੀ ਸੇਵਾ ਤੂੰ ਜਵਾਨੀ ਦੀ ਅਵਸਥਾ 'ਚ ਕਰ ਸਕਦਾ ਹੈ। ਹੁਣ ਅੰਮ੍ਰਿਤ ਵੇਲੇ ਉੱਠਣ ਦਾ ਹੱਠ ਕਰ ਸਕਦਾ ਹੈ, ਗੁਰਦੁਆਰੇ ਸਾਹਿਬ ਜਾ ਕੇ ਸੇਵਾ ਵਿੱਚ ਆਪਣੇ ਸਰੀਰ ਨੂੰ ਲਾ ਕੇ ਸਫਲਿਆਂ ਕਰ ਸਕਦਾ ਹੈ। ਬਿਰਧ ਅਵਸਥਾ ਵਿੱਚ ਤਾਂ ਤੇਰੇ ਸਰੀਰ ਨੇ ਆਪ ਸੇਵਾ ਦੀ ਮੰਗ ਕਰਨੀ ਹੈ ਕਿ ਕੋਈ ਪ੍ਰਸ਼ਾਦਾ ਛਕਾ ਦੇਵੇ, ਕੋਈ ਕਿਰਿਆ ਸੋਧ ਦੇਵੇ, ਕੋਈ ਕੱਪੜੇ ਹੀ ਸਾਫ਼ ਕਰ ਦੇਵੇ। ਉਦੋਂ ਤਾਂ ਤੇਰਾ ਸਰੀਰ ਸੇਵਾ ਦਾ ਅਧਿਕਾਰੀ ਬਣ ਜਾਣਾ। ਇਸ ਕਰਕੇ ਮਹਾਰਾਜ ਜੀ ਕਹਿੰਦੇ ਹੈ ਕਿ ਇਹ ਜਿਹੜਾ ਬਿਰਧ ਅਵਸਥਾ ਰੂਪੀ ਸਮੁੰਦਰ ਹੈ ਨਾ, ਇਹਦੇ ਉਛਲਣ ਤੋਂ ਪਹਿਲਾਂ ਪਹਿਲਾਂ ਤੂੰ ਬੇੜਾ ਬੰਨ੍ਹ ਲੈ ਭਾਵ ਭਗਤੀ ਦਾ, ਬੇੜਾ ਬੰਨ੍ਹ ਲੈ ਜਪ ਤਪ ਦਾ। ਜਪ ਤਪ ਕਾ ਬੰਦ ਬੇੜਲਾ, ਜਿਤ ਲੰਘੈ ਵਹੇਲਾ, ਭਰ ਸਰਵਰ ਜਬ ਉਛਲੈ, ਤਬ ਤਰਨ ਗਹੇਲਾ। ਉਦੋਂ ਤੇ ਉੱਥੋਂ ਤਰਿਆ ਨਹੀਂ, ਫਿਰ ਜਾਣਾ ਔਖਾ ਹੈ ਨਾ। ਫਿਰ ਇਸ ਕਰਕੇ ਜਦੋਂ ਜ਼ਿੰਦਗੀ ਵਿੱਚ ਤੈਨੂੰ ਮਹਾਰਾਜ ਸਮਾਂ ਦਿੱਤਾ ਹੈ ਤੇ ਆਲਸ ਕਰਕੇ ਉਸ ਸਮੇਂ ਨੂੰ ਗਵਾ ਨਾ। ਸਤਸੰਗਤ ਕਰਕੇ, ਨਿਤਨੇਮ ਕਰਕੇ, ਸੇਵਾ ਕਰਕੇ ਆਪਣੇ ਉਸ ਸਮੇਂ ਨੂੰ ਸਫਲਾ ਕਰ ਲੈ। ਸਤਬੁੱਧੀ ਵੀ ਬੜੇ ਚੰਗੇ ਭਾਗ ਹੋਣ ਤਾਂ ਫਿਰ ਮਹਾਰਾਜ ਦੇ ਘਰੋਂ ਪ੍ਰਾਪਤ ਹੁੰਦੀ ਹੈ। ਉਸ ਉੱਤਮ ਮੱਤ ਦੇ ਨਾਲ ਮਨ ਚੰਗੇ ਗੁਣਾਂ ਵੱਲ ਪ੍ਰੇਰਿਆ ਜਾਂਦਾ ਹੈ। ਨਹੀਂ ਤਾਂ ਸਭ ਕੁਝ ਹੁੰਦਿਆਂ ਸੁਣਦਿਆਂ ਵੀ ਜੀਵ ਨੂੰ ਆਲਸੀ ਢਾਈ ਰੱਖਦਾ ਤੇ ਸਮਾਂ ਵੀ ਹੁੰਦਾ ਤਾਂ ਵੀ ਤੇਥੋਂ ਸੁਖਮਨੀ ਸਾਹਿਬ ਦਾ ਜੇ ਪਾਠ ਨਹੀਂ ਕੀਤਾ ਜਾਂਦਾ, ਤੇਰੇ ਕੋਲ ਸਮਾਂ ਵੀ ਹੈ ਤਾਂ ਵੀ ਜੇ ਸਤਸੰਗਤ ਨਹੀਂ ਕਰ ਸਕਦਾ, ਫਿਰ ਮਨੁੱਖਾ ਜਨਮ ਨੂੰ ਹਾਰ ਜਾਵੇਗਾ। ਬੜਾ ਇਹ ਅਮੋਲਕ ਸਮਾਂ ਹੈ। ਇੱਕ ਇੱਕ ਪਲ ਜਿਹੜਾ ਨਾ ਬਹੁਤ ਕੀਮਤੀ ਹੈ, ਕਿਉਂਕਿ ਜਿਹੜਾ ਤੇ ਬੀਤਦਾ ਜਾ ਰਿਹਾ ਉਹ ਤੇਰੇ ਹੱਥੋਂ ਖਿਸਕ ਗਿਆ, ਲੰਘ ਗਿਆ। ਭੂਤਕਾਲ ਤੇਰੇ ਹੱਥ ਵਿੱਚ ਹੈ ਨਹੀਂ। ਜੇ ਬਰਬਾਦ ਕਰ ਲਿਆ ਹੀ ਤਾਂ ਫਿਰ ਪਛੋਤਾਵੇ 'ਚ ਹੀ ਤੂੰ ਮਰਨਾ ਹੈ। ਪਛੋਤਾਵਾ ਛੱਡ ਦੇ। ਵੇਖ, ਭਵਿੱਖ ਵੀ ਤੇਰੇ ਹੱਥ ਵਿੱਚ ਹੈ ਨਹੀਂ। ਤੇਰੇ ਹੱਥ ਵਿੱਚ ਮਹਾਰਾਜ ਜੀ ਨੇ ਇੱਕ ਵਰਤਮਾਨ ਦਿੱਤਾ ਤੈਨੂੰ। ਵਰਤਮਾਨ ਤੇਰਾ ਹੈ ਤੇ ਤੈਨੂੰ ਬੁੱਧ ਦਿੱਤੀ ਹੈ। ਸੁਛੰਦ ਛੱਡਿਆ ਬੁੱਧੀ ਦੇ ਕਰਕੇ ਨਿਰਣਾ ਕਰਦਾ ਹੈ ਨਾ ਆਪਣੀ ਬੁੱਧ ਨਾਲ, ਕੀ ਚੰਗਾ ਹੈ ਕੀ ਮਾੜਾ ਹੈ। ਤੇਰੀ ਬੁੱਧ ਤੈਨੂੰ ਦੱਸਦੀ ਹੈ ਨਾ, ਤਾਂ ਫਿਰ ਨਿਰਣਾ ਕਰਕੇ ਕਿਉਂ ਨਹੀਂ ਸਤ ਵਸਤੂ ਨੂੰ ਗ੍ਰਹਿਣ ਕਰਦਾ। ਤੈਨੂੰ ਤੇਰੀ ਬੁੱਧ ਦੱਸ ਹੀ ਰਹੀ ਹੈ ਨਾ ਕਿ ਸੰਸਾਰ ਦੇ ਅੰਦਰ ਤੋਲ ਕੇ ਵੇਖ ਲੈ, ਬੁੱਧ ਤੱਕੜੀ ਹੈ ਕਿ ਤੇਰੀ ਇਸ ਤੱਕੜੀ ਦੇ ਅੰਦਰ ਸੰਸਾਰ ਦੇ ਸੁੱਖ ਭਾਰੂ ਪੈਂਦੇ ਆ ਕਿ ਜਾਂ ਮਹਾਰਾਜ ਜੀ ਦਾ ਨਾਮ ਤੈਨੂੰ ਸੁਖਦਾਈ ਲੱਗਦਾ ਹੈ। ਤੋਲ ਲੈ ਸਮਝ ਵਿੱਚ। ਤੇ ਜੇ ਤੇਥੋਂ ਆਪ ਨਹੀਂ ਤੋਲਿਆ ਜਾਂਦਾ ਫਿਰ ਮਹਾਰਾਜ ਤੋਂ ਪੁੱਛ ਲੈ। ਸਤਿਗੁਰੂ ਜੀ ਕਹਿੰਦੇ ਨੇ, ਨਾਮ ਤੁਲ ਕਛ ਅਵਰ ਨਾ ਹੋਏ, ਨਾਨਕ ਗੁਰਮੁਖ ਨਾਮ ਪਾਵੈ ਜਨ ਕੋਈ। ਕੋਈ ਵਿਰਲਾ ਫਿਰ ਮਹਾਰਾਜ ਕਹਿੰਦੇ ਭਾਈ ਗੁਰੂ ਜੀ ਤੋਂ ਇਹ ਦਾਤ ਪ੍ਰਾਪਤ ਕਰਦਾ ਹੈ। ਵਡਭਾਗੀ ਹੋ ਆਪ। ਬੜੇ ਉਤਸ਼ਾਹ ਨਾਲ ਮਹਾਰਾਜ ਜੀ ਦੇ ਸਾਹਿਬਜ਼ਾਦਿਆਂ ਦੀ ਲਾਸਾਨੀ ਕੁਰਬਾਨੀ ਨੂੰ ਚੇਤੇ ਕਰਦਿਆਂ, ਇਹ ਪਵਿੱਤਰ ਸ਼ਹੀਦੀ ਦਿਹਾੜੇ ਮਨਾਉਂਦਿਆਂ ਸਤਿਗੁਰੂ ਜੀ ਦੇ ਚਰਨ ਪਰਸ ਰਹੇ ਹੋ। ਸਤ ਸੰਗਤ ਜੀ, ਆਪਾਂ ਇਤਿਹਾਸ ਵਿੱਚੋਂ ਇਹ ਲੜੀ ਆਰੰਭੀ ਹੈ। ਚੋਜੀ ਪ੍ਰੀਤਮ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਹਜ਼ੂਰ ਜੰਗਲ ਦੇਸ਼ ਨੂੰ ਜਦੋਂ ਚਾਲਾ ਮਾਰਿਆ ਮਹਾਰਾਜ ਜੀ ਨੇ, ਤੇ ਰਾਏ ਕੱਲੇ ਨੂੰ ਮਹਾਰਾਜ ਦੀ ਸੇਵਾ ਦਾ ਸੁਭਾਗ ਮਿਲਿਆ। ਕੱਲ੍ਹ ਮੈਂ ਜ਼ਿਕਰ ਕੀਤਾ ਸੀ, ਅੱਜ ਸਾਧ ਸੰਗਤ ਜੀ ਇੱਥੇ 12 ਪੋਹ ਹੋਈ ਹੈ। ਕੱਲ੍ਹ ਦੇਸ਼ ਦੀ ਧਰਤੀ 'ਤੇ 12 ਪੋਹ ਸੀਗੀ ਤੇ ਇਹ 2 ਦਿਨ ਸਾਹਿਬਜ਼ਾਦੇ ਵਜ਼ੀਰ ਖਾਨ ਦੀ ਕਚਹਿਰੀ ਵਿੱਚ ਗਏ ਹੈ।
ਤੇ ਸਭ ਤੋਂ ਠੰਡੀਆਂ ਰਾਤਾਂ ਨੇ ਇਹ ਦੇਸ਼ ਦੀ ਧਰਤੀ ਤੇ ਸ਼੍ਰੀ ਮਾਤਾ ਗੁਜਰ ਕੌਰ ਜੀ ਠੰਡੇ ਬੁਰਜ ਵਿੱਚ ਆਪਣੇ ਪੋਤਰਿਆਂ ਨੂੰ ਮਾਤਾ ਜੀ ਨੇ ਐਸੀ ਸ਼ਹਾਦਤ ਦੀ ਪਾਨ ਚਾੜੀ ਹੈ ਕਿ ਸਾਹਿਬਜ਼ਾਦੇ ਹੱਸਦੇ ਹੋਏ ਸ਼ਹੀਦ ਹੋ ਗਏ, ਪਰ ਜ਼ਾਲਮ ਦੀ ਹੀਨ ਨਹੀਂ ਮੰਨੀ। ਤੁਸਾਂ ਸਾਹਿਬਜ਼ਾਦਿਆਂ ਦੇ ਨਾਂ ਤੇ ਬਣੀ ਹੋਈ ਮੂਵੀ ਵੇਖੀ ਹੋਏਗੀ। ਸੰਸਾਰੀ ਮਨੁੱਖ ਜਿਹੜਾ ਹੈ ਉਹਦੇ ਵਾਸਤੇ ਇਹ ਸੱਲ ਝੱਲਣਾ ਬੜਾ ਔਖਾ ਹੈ, ਉਹਦੇ ਕੋਲੋਂ ਝੱਲਿਆ ਨਹੀਂ ਜਾਂਦਾ, ਮਨੁੱਖ ਪਾਗਲ ਹੋ ਜਾਂਦਾ, ਇਹੋ ਜਿਹੇ ਸੱਲ ਨਹੀਂ ਵੇਖੇ ਜਾਂਦੇ, ਬਰਦਾਸ਼ਤ ਨਹੀਂ ਹੁੰਦੇ ਇਹੋ ਜਿਹੇ ਦੁੱਖ। ਤੇ ਮਾਤਾ ਸਾਹਿਬ ਜੀ ਨੂੰ ਰੋਂਦਿਆਂ ਹੋਇਆਂ ਵਿਖਾਇਆ ਗਿਆ ਉਸ ਮੂਵੀ ਵਿੱਚ। ਸਾਧ ਸੰਗਤ ਜੀ, ਪੰਥਵਾਲੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੀ ਮਾਤਾ ਜੀ ਹੈ, ਜਿਨ੍ਹਾਂ ਨੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਦੀ ਸੰਗਤ ਕੀਤੀ ਹੈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੀ ਬਾਣੀ ਜੇ ਕੋਈ ਸੰਸਾਰੀ ਮਨੁੱਖ ਵੀ ਪੜ੍ਹਦਾ ਨਾ ਤਾਂ ਉਹਦਾ ਵੀ ਦੁਨੀਆ ਨਾਲੋਂ, ਸੰਸਾਰ ਨਾਲੋਂ ਨਾਤਾ ਟੁੱਟ ਕੇ ਵਾਹਿਗੁਰੂ ਨਾਲ ਜੁੜਦਾ ਹੈ। ਮਿੱਥਿਆ ਸੰਸਾਰ ਨੂੰ ਸਤਿਗੁਰਾਂ ਜੀ ਨੇ ਪ੍ਰਤੱਖ ਕਰਕੇ ਵਿਖਾਇਆ ਹੈ ਕਿ ਕਿਹੋ ਜਿਹਾ ਇਹ ਝੂਠਾ ਸੰਸਾਰ ਹੈ। ਮਾਤਾ ਜੀ ਨੇ ਅੱਖਾਂ ਵਿੱਚੋਂ ਅੱਥਰੂ ਨਹੀਂ ਸੀ ਗੇਰੇ, ਚੜ੍ਹਦੀ ਕਲਾ ਨਾਲ ਆਪਣੇ ਪੋਤਰਿਆਂ ਨੂੰ ਇਸ ਮਾਰਗ ਦੇ ਉੱਤੇ ਚੱਲਣ ਦੀ ਪ੍ਰੇਰਨਾ ਦਿੱਤੀ ਸੀ। ਆਪ ਹੱਥੀਂ ਤੋਰਿਆ ਸੀ। ਤੁਸੀਂ ਆਪ ਅੰਦਾਜ਼ਾ ਲਾ ਸਕਦੇ ਹੋ, ਜਦੋਂ ਮਹਾਰਾਜ ਦੇ ਵੱਡੇ ਸਾਹਿਬਜ਼ਾਦੇ ਸਾਧ ਸੰਗਤ ਜੀ ਬਾਬਾ ਅਜੀਤ ਸਿੰਘ ਸਾਹਿਬ ਨੇ ਜਦੋਂ ਆਗਿਆ ਮੰਗੀ ਸੀ ਰਣਤੱਤੇ ਨੂੰ ਜਾਣ ਦੀ, ਤਾਂ ਮਹਾਰਾਜ ਵੀਰ ਆਸਣ ਲਾਈ ਬੈਠੇ ਸੀਗੇ। ਮਹਾਰਾਜ ਦਾ ਮੁੱਖ ਮੈਦਾਨੇ ਜੰਗ ਵੱਲ ਨੂੰ ਹੈ। ਬਾਬਾ ਅਜੀਤ ਸਿੰਘ ਸਾਹਿਬ ਨੇ ਨਮਸਕਾਰ ਕੀਤੀ। ਮਹਾਰਾਜ ਕਹਿੰਦੇ, ਆਓ ਬੇਟਾ ਅਜੀਤ ਸਿੰਘ, ਕਿਵੇਂ ਆਏ ਹੋ? ਪਿਤਾ ਜੀ, ਸੂਰਜ ਮਧਿਆਨ ਵਿੱਚ ਆ ਗਿਆ ਹੈ। ਸੂਰ ਵੀਰਾਂ ਨੂੰ ਜੂਝਦਿਆਂ ਵੇਖ ਕਰਕੇ ਮੇਰਾ ਮਨ ਜਿਹੜਾ ਹੈ ਉਹ ਸ਼ਹਾਦਤ ਨੂੰ ਲਲਚਾ ਉੱਠਿਆ ਹੈ। ਹੁਣ ਅੰਦਰ ਬੈਠਿਆਂ ਤੀਰ ਨਾ ਕੇਵਲ ਚਲਾਵਾਂ, ਆਪ ਜੀ ਆਗਿਆ ਦੇ ਦਿਓ, ਮੈਂ ਧਰਮ ਯੁੱਧ ਕਰਦਾ ਹੋਇਆ ਵੀਰ ਗਤੀ ਨੂੰ ਪ੍ਰਾਪਤ ਹੋਵਾਂ। ਮਹਾਰਾਜ ਵੀਰ ਆਸਣ ਛੱਡ ਕੇ ਸਤਿਗੁਰੂ ਜੀ ਨੇ ਆਪਣੇ ਸਾਹਿਬਜ਼ਾਦੇ ਨੂੰ ਕੰਠ ਲਾਇਆ, ਮਸਤਕ ਚੁੰਮਿਆ। ਮਹਾਰਾਜ ਆਖਿਆ, ਅਜੀਤ ਸਿੰਘ, ਤੈਂ ਛਤਰੀ ਪੁਣੇ ਦੇ ਧਰਮ ਨੂੰ ਪਾਲਿਆ। ਜੇ ਸੱਚ ਪੁੱਛੇ ਤਾਂ ਤੈਨੂੰ ਅੱਜ ਦੇ ਦਿਨ ਵਾਸਤੇ ਹੀ ਅਸੀਂ ਜਵਾਨ ਕੀਤਾ ਹੈ, ਸ਼ਸਤਰ ਵਿਦਿਆ ਵਿੱਚ ਨਿਪੁੰਨ ਕੀਤਾ ਹੈ। ਇੰਨੀ ਉਮਰ ਦਾ ਬਾਲਕ ਜੇ ਪਿਤਾ ਦੇ ਸਾਹਮਣੇ ਹੋਵੇ ਤੇ ਪਿਤਾ ਉਸਦੇ ਰਿਸ਼ਤੇ ਕਰਨ ਬਾਰੇ ਸੋਚਦਾ ਹੈ, ਉਸਦੇ ਅੱਗੇ ਭਵਿੱਖ ਬਾਰੇ ਸੋਚਦਾ ਹੈ। ਗੁਰੂਦੇਵ ਆਪਣੇ ਹੱਥੀਂ ਆਪਣੇ ਪੁੱਤਰ ਨੂੰ ਤੋਰ ਰਹੇ ਹੈ। ਪਤਾ ਹੈ ਕਿ ਰਣਤੱਤੇ ਵਿੱਚ ਕੀ ਫੈਸਲਾ ਹੋਣਾ ਹੈ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਨੇ ਆਪਣੇ ਹੱਥੀਂ ਆਪਣੇ ਪੁੱਤਰਾਂ ਨੂੰ ਮੈਦਾਨੇ ਜੰਗ ਦੇ ਅੰਦਰ ਤੋਰਿਆ। ਅੱਖਾਂ ਦੇ ਸਾਹਮਣੇ ਬੇਰਾ ਬੇਰਾ ਹੁੰਦੇ ਆਪਣੇ ਪੁੱਤਰਾਂ ਨੂੰ ਤੱਕਿਆ। ਐਡਾ ਜੇਰਾ ਕਿਸੇ ਪੀਰ ਪੈਗੰਬਰ ਦਾ ਨਹੀਂ ਹੋਇਆ। ਜੇ ਅਭਿਮਨਿਊ ਮਰਿਆ ਸੀ ਮਹਾਭਾਰਤ ਦੇ ਯੁੱਧ ਦੇ ਅੰਦਰ ਬੜੀ ਵੀਰਤਾ ਨਾਲ, ਤੇ ਅਰਜਨ ਨੂੰ ਸੁਨੇਹਾ ਮਿਲਿਆ, ਤੇਰਾ ਪੁੱਤਰ ਮਾਰਿਆ ਗਿਆ। ਗੋਡਿਆਂ ਭਾਰ ਡਿੱਗ ਕੇ ਰੋਇਆ ਸੀ ਅਰਜਨ। ਗੰਡੀਬ ਹੱਥੋਂ ਛੁੱਟ ਗਿਆ ਸੀ ਉਸਦੇ। ਫਿਰ ਦਸ਼ਰਥ ਜੀ ਜਦੋਂ ਸ਼੍ਰੀ ਰਾਮ ਚੰਦਰ ਜੀ ਅਯੁੱਧਿਆ ਤੋਂ ਤੁਰੇ ਬਨਵਾਸ ਵਾਸਤੇ, ਤੇ ਜਿੰਨਾ ਚਿਰ ਧੂੜ ਉੜਦੀ ਦਿਸਦੀ ਰਹੀ ਉਹਨਾਂ ਚਿਰ ਮਹਿਲਾਂ ਤੇ ਖਲੋ ਕੇ ਵਹਿੰਦੇ ਰਹੇ। ਜਦੋਂ ਧੂੜ ਉੱਡਣੋਂ ਦਿਖਣੋਂ ਹਟ ਗਿਆ ਹੱਥ, ਤੇ ਉਹਨਾਂ ਮਹਿਲਾਂ ਤੋਂ ਡਿੱਗ ਕੇ ਛਾਲ ਮਾਰ ਕੇ ਆਪਣੇ ਸਰੀਰ ਦਾ ਅੰਤ ਕਰ ਲਿਆ। ਹਾਲਾਂ ਪਤਾ ਵੀ ਸੀ ਕਿ 14 ਸਾਲ ਬਾਅਦ ਆ ਜਾਣਾ,
ਇਹ ਪੁੱਤਰਾਂ ਦਾ ਸਲ ਪੀਰਾਂ ਪੈਗੰਬਰਾਂ ਤੋਂ ਨਹੀਂ ਚੱਲਿਆ ਗਿਆ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਆਪਣੇ ਹੱਥੀਂ ਆਪਣੇ ਪੁੱਤਰ ਵਾਰ ਕੇ ਆਪਣੀ ਰਸਨਾ ਤੋਂ ਜਕਾਰਾ ਛੱਡਿਆ। ਇਤਿਹਾਸ ਕਹਿੰਦਾ ਹੈ ਜਦੋਂ ਬਾਬਾ ਅਜੀਤ ਸਿੰਘ ਸਾਹਿਬ ਜੀ ਮੈਦਾਨੇ ਜੰਗ ਦੇ ਅੰਦਰ ਜੂਝੇ ਨਾ, 500 ਫੱਟ ਬਾਬਾ ਅਜੀਤ ਸਿੰਘ ਸਾਹਿਬ ਦੇ ਲੱਗੇ ਸੀ ਗੋਲੀਆਂ ਤੇ ਤੀਰਾਂ ਦੇ। ਬੋਟੀਆਂ ਉੱਡੀਆਂ ਜਦੋਂ ਗੋਲੀਆਂ ਵੱਜੀਆਂ ਸਰੀਰ ਵਿਚਾਰ ਕਰਕੇ ਤੇ ਮੂੰਹ ਪਰਨੇ ਡਿੱਗੇ। ਜਦੋਂ 7 ਗੋਲੀਆਂ ਸਿਰ ਨੂੰ ਪਾੜ ਕੇ ਲੰਘੀਆਂ ਤੇ ਭਾਈ ਦਇਆ ਸਿੰਘ ਸਾਹਿਬ ਜੀ ਦੀ ਅੱਖਾਂ ਵਿੱਚ ਪੱਥਰੂ ਆ ਗਏ ਸੀ, ਵਿਰਾਗ ਕਰਨ ਲੱਗ ਗਏ। ਗੁਰੂਦੇਵ ਨੇ ਜਦੋਂ ਜਕਾਰਾ ਛੱਡਿਆ, ਮਹਾਰਾਜ ਕਹਿੰਦੇ ਦਇਆ ਸਿੰਘ ਤੇਰੀਆਂ ਅੱਖਾਂ ਵਿੱਚ ਅਥਰੂ ਕਿਉਂ ਆਇਆ? ਮਹਾਰਾਜ ਆਪ ਦੇ ਸਾਹਮਣੇ ਆਪ ਜੀ ਦਾ ਪੁੱਤਰ ਬੇਰਾ ਬੇਰਾ ਹੋਇਆ ਹੈ। ਸਤਿਗੁਰੂ ਜੀ ਨੇ ਕਿਹਾ ਸੀ ਦਇਆ ਸਿੰਘ ਜੀ, ਕਦੇ ਤੁਸੀਂ ਕੇਸਗੜ੍ਹ ਸਾਹਿਬ ਸਾਥੋਂ ਪੁੱਛਿਆ ਸੀ ਕਿ ਇਸ ਅੰਮ੍ਰਿਤ ਬਦਲੇ ਕੀ ਦਿਓਗੇ, ਤੇ ਅਸੀਂ ਤੁਹਾਡੇ ਨਾਲ ਵਚਨ ਕੀਤਾ ਸੀ ਆਪਣਾ ਸਰਬੰਸ ਵਾਰ ਦਿਆਂਗੇ, ਸਾਨੂੰ ਅੰਮ੍ਰਿਤ ਦੀ ਦਾਤ ਬਖਸ਼ੋ। ਅਜੇ ਤਾਂ ਮੈਂ ਪਹਿਲੀ ਕਿਸ਼ਤੀ ਅਦਾ ਕੀਤੀ ਹੈ ਤੇ ਤੁਹਾਡੀਆਂ ਅੱਖਾਂ ਵਿੱਚ ਹੰਝੂ ਆ ਗਏ। ਸੱਚੇ ਪਾਤਸ਼ਾਹ ਜੀ ਦੇ ਦੂਸਰੇ ਸਾਹਿਬਜ਼ਾਦੇ ਬਾਬਾ ਜੁਝਾਰ ਸਿੰਘ ਸਾਹਿਬ, ਇਤਿਹਾਸ ਕਹਿੰਦਾ ਹੈ ਬਾਹਾਂ ਵੀ ਇੰਨੀਆਂ ਲੰਬੀਆਂ ਨਹੀਂ ਸੀਗੀਆਂ ਤੇ ਕੋਲੋਂ ਖਲੋਤੇ ਸਿੰਘਾਂ ਨੇ ਆਖਿਆ ਕਿ ਦੁਸ਼ਮਣ ਤੁਹਾਡੇ ਉਤਰਦਿਆਂ ਸਾਰ ਮੈਦਾਨੇ ਜੰਗ ਵਿੱਚ ਬਹੁਤ ਭਾਰੀ ਚੜ੍ਹ ਕਰਕੇ ਆ ਜਾਣਗੇ, ਤਲਵਾਰਾਂ ਦੀ ਛਾਂ ਕਰ ਦੇਣਗੇ, ਮੀਂਹ ਵਾਂਗ ਤੀਰ ਤੇ ਗੋਲੀਆਂ ਵਰਨਗੇ, ਤੁਸੀਂ ਮੈਦਾਨੇ ਜੰਗ ਵਿੱਚ ਨਾ ਜਾਓ। ਬਾਬਾ ਜੁਝਾਰ ਸਿੰਘ ਸਾਹਿਬ ਨੇ ਆਖਿਆ ਪਿਤਾ ਜੀ, ਜੇ ਅਸੀਂ ਕਿਸੇ ਨੂੰ ਮਾਰ ਨਹੀਂ ਸਕਾਂਗੇ ਤੇ ਸ਼ਾਨ ਨਾਲ ਮਰਨਾ ਤਾਂ ਤੁਸੀਂ ਸਿਖਾਇਆ ਨਾ ਸੱਚੇ ਪਾਤਸ਼ਾਹ। ਇਹੋ ਜਿਹਾ ਜਦੋਂ ਜਜ਼ਬਾ ਹੋਵੇ ਫਿਰ ਸਾਧ ਸੰਗਤ ਜੀ ਉਹਨਾਂ ਨੂੰ ਕੋਈ ਹਰਾ ਨਹੀਂ ਸਕਦਾ। ਇਹ ਸਾਹਿਬਜ਼ਾਦਿਆਂ ਦੀ ਕੁਰਬਾਨੀ ਹੈ ਕਿ ਕੌਮ ਸਦਾ ਸਦਾ ਲਈ ਅਮਰ ਤੇ ਅਟਲ ਹੈ। ਗਰੀਬ ਨਵਾਜ ਜਦੋਂ ਜੰਗਲ ਦੇਸ਼ ਵਿੱਚ ਪ੍ਰਵੇਸ਼ ਕੀਤੇ ਨੇ, ਇਹ ਰਾਏ ਕੱਲਾ ਪਤਾ ਲੱਗਿਆ ਸਤਿਗੁਰੂ ਜੀ ਦੇ ਆਉਣ ਦਾ, ਆਪਣੇ 300 ਸਿਪਾਹੀਆਂ ਸਮੇਤ ਅੱਗੋਂ ਆਂਡੀ ਆਇਆ ਮਹਾਰਾਜ ਨੂੰ ਲੈਣ ਵਾਸਤੇ। ਕੁਝ ਇਤਿਹਾਸਕਾਰਾਂ ਲਿਖਿਆ ਕਿ ਮਹਾਰਾਜ ਇਸ ਦੇ ਖੂਹ ਤੇ ਆਏ ਸੀ ਤੇ ਜਿਹੜਾ ਨੂਰਾ ਮਾਸੀ ਸੀ ਇਸ ਦੀਆਂ ਮੱਝੀਆਂ ਚਾਰਨ ਵਾਲਾ ਨੌਕਰ ਸੀਗਾ ਤੇ ਉਹਨੇ ਸਤਿਗੁਰੂ ਜੀ ਦੇ ਚਿਹਰੇ ਦੀ ਨੁਹਾਰ ਵੇਖ ਕਰਕੇ ਪਹਿਚਾਣਿਆ ਸੀ ਕਿ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਲੱਗਦੇ ਹੈ। ਰਾਏ ਜੀ ਨੂੰ ਖਬਰ ਦੇਣ ਤੇ ਰਾਏ ਜੀ ਉਦੋਂ ਚੱਲ ਕਰਕੇ ਆਏ, ਦਰਸ਼ਨ ਦੀਦਾਰ ਕੀਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ। ਇਹ ਵੀ ਜ਼ਿਕਰ ਹੈ ਜੋ ਗੰਗਾ ਸਾਗਰ ਦਾ ਮੈਂ ਕੱਲ੍ਹ ਜ਼ਿਕਰ ਕੀਤਾ ਸੀ। ਮਹਾਰਾਜ ਨੇ ਆਖਿਆ ਬਈ ਸਾਨੂੰ ਕੁਝ ਛਕਾਓ। ਕਹਿੰਦੇ ਮਹਾਰਾਜ ਚਲੋ ਘਰ ਵਿੱਚ ਸਾਰੇ ਪਦਾਰਥ ਮੌਜੂਦ ਨੇ, ਹਵੇਲੀ ਚੱਲੋ। ਸਤਿਗੁਰੂ ਜੀ ਕਹਿੰਦੇ ਨੇ ਇੱਥੇ ਹੀ ਜੋ ਹਾਜ਼ਰ ਹੈ ਭੇਟ ਕਰੋ, ਇੰਨੀਆਂ ਮੱਝਾਂ ਨੇ ਤੁਹਾਡੀਆਂ। ਤੇ ਉਦੋਂ ਨੂਰੇ ਮਾਹੀ ਨੇ ਆਖਿਆ ਮਹਾਰਾਜ ਸਾਰੀਆਂ ਅਨਸਰ ਝੋਟੀਆਂ ਹੀ ਨੇ ਸੱਚੇ ਪਾਤਸ਼ਾਹ। ਮਹਾਰਾਜ ਕਹਿੰਦੇ ਬਈ ਜਿਸ ਮਰਜ਼ੀ ਮੱਝ ਥੱਲੇ ਥਾਪੀ ਮਾਰ ਕੇ ਬੈਠ ਜਾ। ਫਿਰ ਕਹਿੰਦਾ ਮਹਾਰਾਜ ਇੱਥੇ ਖੂਹ ਤੇ ਕੋਈ ਬਰਤਨ ਹੀ ਹੈ ਨਹੀਂ, ਕਿਹਦੇ ਵਿੱਚ ਦੁੱਧ ਚੋਵਾਂਗਾ। ਉਦੋਂ ਸਤਿਗੁਰੂ ਜੀ ਨੇ ਕੋਲੋਂ ਗੰਗਾ ਸਾਗਰ ਦਿੱਤਾ ਸੀ ਤੇ ਮਹਾਰਾਜ ਆਖਿਆ ਵੀ ਇਹਦੇ ਵਿੱਚ ਦੁੱਧ ਚੋਲ ਹੈ। ਕਹਿੰਦੇ ਵੀ ਉਹ ਛੇਕ ਹੀ ਹੈ, ਉਹਦੇ 4 ਸਫੇਰੇ, ਮੈਂ ਤਸਵੀਰ ਵੇਖੀ ਹੈ ਤੇ ਉਹਦੇ ਵਿੱਚ ਮਿੱਟੀ ਰੇਤ ਗਿਰ ਜਾਂਦੀ ਹੈ, ਪਾਣੀ ਤੇ ਦੁੱਧ ਨਹੀਂ ਬਾਹਰ ਡੁੱਲਦਾ। ਮਹਾਰਾਜ ਜੀ ਕਹਿੰਦੇ ਵੀ ਇਸ ਬਰਤਨ ਵਿੱਚ ਦੁੱਧ ਚੋਲ ਹੈ। ਕਹਿੰਦਾ ਮਹਾਰਾਜ ਅੱਬਲ ਤਾਂ ਇਸ ਬਰਤਨ ਵਿੱਚ ਦੁੱਧ ਚੋਇਆ ਤੇ ਫਿਰ ਖਲੋਣਾ ਹੀ ਨਹੀਂ। ਸਤਿਗੁਰੂ ਜੀ ਕਹਿੰਦੇ ਜੇ ਬਚਨ ਤੇ ਨਿਸ਼ਚਾ ਕਰਕੇ ਅੰਸਰ ਝੋਟੀ ਦੇ ਥੱਲੇ ਬੈਠੇਗਾ ਦੁੱਧ ਦੇ ਸਕਦੀ ਹੈ ਤੇ ਫਿਰ ਬਰਤਨ ਵਿੱਚ ਦੁੱਧ ਖਲੋ ਵੀ ਜਾਏਗਾ। ਉਸ ਗੰਗਾ ਸਾਗਰ ਵਿੱਚ ਉਸਨੇ ਦੁੱਧ ਚੋਇਆ ਸੀਗਾ। ਤੋ ਰਾਏ ਕੱਲੇ ਜੀ ਨੇ ਸਤਿਗੁਰਾਂ ਜੀ ਦੇ ਚਰਨਾਂ ਵਿੱਚ ਆ ਕਰਕੇ ਨਮਸਕਾਰ ਕੀਤੀ, ਗੁਰੂਦੇਵ ਨੂੰ ਬੇਨਤੀ ਕੀਤੀ ਮਹਾਰਾਜ ਸਾਡੇ ਤੱਕ ਬਹੁਤ ਖਬਰਾਂ ਪੁੱਜੀਆਂ ਸੱਚੇ ਪਾਤਸ਼ਾਹ। ਗਰੀਬ ਨਵਾਜ ਆਪ ਦੇ ਨਾਂ ਦੀ ਧਾਕ ਜੰਮ ਗਈ ਇਸ
ਦੇਸ਼ ਦੇ ਅੰਦਰ ਤੁਰਕਾਨਾ ਤੁਹਾਡੇ ਨਾਮ ਤੋਂ ਹੀ ਡਰਦਾ ਹੈ। ਇਹ ਏਡੇ ਵੱਡੇ ਯੁੱਧ ਹੋਏ, ਜਿਹੜੇ ਤੁਰਕ ਸੀ ਮਹਾਰਾਜ ਸਾਹਿਬ ਜੀ ਨੂੰ ਪਤਾ ਕੀ ਕਹਿੰਦੇ ਹੁੰਦੇ ਸੀ? ਕਹਿੰਦੇ ਮਰੈਲਾ ਗੁਰੂ, ਮਾਰ ਦੇਣ ਵਾਲਾ ਗੁਰੂ ਹੈ। ਜੇ ਪੀਰ ਬੁੱਧੂ ਸ਼ਾਹ ਜੀ ਨੂੰ ਪੁੱਛੋ ਤੇ ਉਹ ਕਹਿੰਦੇ ਨੇ ਅੱਲਾ ਦਾ ਰੂਪ ਹੈ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ। ਜ਼ਾਲਮ ਲਈ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਮਾਰ ਦੇਣ ਵਾਲੇ ਹੈ। ਸਤਿਗੁਰੂ ਗਰੀਬ ਨਵਾਜ ਨੂੰ ਰਾਏ ਕੱਲੇ ਨੇ ਕਿਹਾ, ਮਹਾਰਾਜ ਜੰਗ ਦਾ ਬਿਰਤਾਂਤ ਸੁਣਿਆ, ਪਤਾ ਲੱਗਿਆ 10 ਲੱਖ ਦਾ ਵੱਡਾ ਘੇਰਾ ਸੀ, 40 ਸਿੰਘਾਂ ਨਾਲ ਆਪ ਨੇ 10 ਲੱਖ ਫੌਜ ਦੇ ਦੰਦ ਖੱਟੇ ਕੀਤੇ। ਸੱਚੇ ਪਾਤਸ਼ਾਹ ਐਸਾ ਆਪ ਨੇ ਕੌਤਕ ਰਚਿਆ। ਇਹੋ ਜਿਹੇ ਬਚਨ ਕਰਦਾ ਰਾਏ ਕੱਲਾ, ਜਿਵੇਂ ਸਤਿਗੁਰਾਂ ਜੀ ਨਾਲ ਬਚਨ ਕਰਦਾ ਹੋਇਆ ਮਹਾਰਾਜ ਜੀ ਨੂੰ ਡੇਰਾ ਕਰਵਾਉਂਦਾ ਹੈ। ਤੇ ਸਤਿਗੁਰੂ ਜੀ ਕਿਵੇਂ ਮਾਹੀ ਨੂੰ ਭੇਜਦੇ ਹੈ ਰਾਏ ਕੱਲੇ ਨੂੰ ਕਹਿ ਕਰਕੇ। ਆਓ ਪਿਆਰ ਨਾਲ ਸਰਵਣ ਕਰੀਏ ਸਤਿਗੁਰੂ ਜੀ ਦੇ ਪਾਵਨ ਸਰੂਪ ਦਾ ਧਿਆਨ ਕਰਦੇ ਹੋਏ। ਆਖੋ ਜੀ ਸਤਿਨਾਮ ਸ੍ਰੀ ਗੁਰੂ ਸਾਹਿਬ ਜੀ, ਸਤਿਨਾਮ ਸ੍ਰੀ ਗੁਰੂ ਸਾਹਿਬ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਕਰਾਮਾਤ ਸਾਹਿਬ ਵੱਡੇ, ਸਮਰੱਥ ਸਭ ਭਾਂਤੀ। ਰਾਏ ਕੱਲਾ ਕਹਿੰਦਾ ਸੱਚੇ ਪਾਤਸ਼ਾਹ ਆਪ ਤਾਂ ਕਰਾਮਾਤ ਦੇ ਮਾਲਕ ਹੋ। ਸੱਚੇ ਪਾਤਸ਼ਾਹ ਫਿਰ ਵੀ ਆਪ ਜੀ ਨੇ ਮਨੁੱਖਾਂ ਦੀ ਤਰ੍ਹਾਂ ਲੀਲਾ ਵਰਤਾਈ ਹੈ। ਸਤਿਗੁਰੂ ਜੋ ਚਾਹੁੰਦੇ ਆਪ ਛਿਨ ਮਾਤਰ ਸਮੇਂ ਵਿੱਚ ਕਰ ਸਕਦੇ ਹੋ। ਹਰ ਤਰੀਕੇ ਨਾਲ ਆਪ ਜੀ ਸਰਬ ਕਲਾ ਸਮਰੱਥ ਹੋ। ਮਹਾਰਾਜ ਜੀ ਦੇ ਸਰੂਪ ਦੇ ਉੱਪਰ ਸ਼ਰਧਾ ਕਰਦਾ ਹੈ ਰਾਏ ਕੱਲਾ। ਜਿਹੜੇ ਭਾਵ ਭਗਤੀ ਵਿੱਚ ਜੁੜਦੇ ਆ ਨਾ, ਉਹਨਾਂ ਨੂੰ ਪਤਾ ਹੈ ਕਿ ਸਤਿਗੁਰੂ ਜੀ ਕੀ ਸਰੂਪ ਹਨ ਤੇ ਮਹਾਰਾਜ ਜੀ ਜੋ ਚਾਹਣ ਉਹ ਕਰ ਸਕਦੇ ਹੈ। ਰਾਏ ਕੱਲਾ ਕਹਿੰਦਾ ਮਹਾਰਾਜ ਆਪ ਤਾਂ ਸਰਬ ਕਲਾ ਸਮਰੱਥ ਹੋ, ਹਰੇਕ ਤਰੀਕੇ ਨਾਲ ਜੋ ਚਾਹੋ ਆਪ ਕਰ ਸਕਦੇ ਹੋ। ਚਾਹੋ ਬਨਾਵੋ ਛਿਨਕ ਮਹਿ, ਅਨ ਬਨ ਬਨ ਜਾਤੀ। ਜੋ ਚਾਹੋ ਛਿਨ ਮਾਤਰ ਸਮੇਂ ਵਿੱਚ ਆਪ ਜੀ ਬਣਾ ਸਕਦੇ ਹੋ। ਜਿਹੜੀ ਅਣਬਣ ਗੱਲ ਹੈ ਨਾ, ਉਹ ਵੀ ਬਣਾ ਸਕਦੇ ਹੋ ਤੁਸੀਂ, ਜਿਹੜੀ ਨਹੀਂ ਹੋਣ ਵਾਲੀ। ਜਦੋਂ ਨਰਮੋਗੜ੍ਹ ਦੀ ਪਹਾੜੀ ਸਤਿਗੁਰੂ ਜੀ ਉੱਥੇ ਪਲੰਘਾ ਸਜਾ ਕੇ ਤੇ ਦੀਵਾਨ ਲਾਇਆ ਸੀਗਾ। ਮਹਾਰਾਜ ਦੇ ਹਜ਼ੂਰ ਸੋਦਰ ਦੀ ਚੌਕੀ ਲੱਗੀ ਹੋਈ ਤੇ ਸੂਈਏ ਨੇ ਆ ਕੇ ਖਬਰ ਦਿੱਤੀ, ਮਹਾਰਾਜ ਸਰਹੰਦ ਦੇ ਸੂਬੇਦਾਰ ਦੇ 2 ਤੋਪਚੀ ਆਪ ਜੀ ਦਾ ਨਿਸ਼ਾਨਾ ਲੈ ਰਹੇ ਆ ਤੇ ਮਹਾਰਾਜ ਗੋਲਾ ਹੁਣੇ ਵੀ ਵੱਜਾ ਹੀ ਵੱਜਾ ਲਓ ਤੇ ਕਿਰਪਾ ਕਰਕੇ ਉੱਠ ਜਾਓ ਇੱਥੋਂ। ਸਤਿਗੁਰੂ ਜੀ ਕਹਿੰਦੇ ਬਈ ਜੇ ਤਾਂ ਪਹਿਲੋਂ ਆ ਜਾਂਦਾ ਤਾਂ ਫਿਰ ਤਾਂ ਆਸਣ ਹੀ ਹੋਰ ਥਾਂ ਲਾ ਲੈਂਦੇ। ਹੁਣ ਤਾਂ ਸੋਦਰ ਦੀ ਚੌਕੀ ਆਰੰਭ ਹੋਈ ਹੈ, ਭੋਗ ਪਏਗਾ ਤੇ ਉਠਾਂਗੇ। ਦੇਖ ਲਓ ਇੰਨੇ ਬੇਖੌਫ ਸੱਚੇ ਪਾਤਸ਼ਾਹ। ਕਹਿੰਦਾ ਮਹਾਰਾਜ ਮੈਂ ਪੱਕੀ ਖਬਰ ਦੇ ਰਿਹਾ, ਤੁਹਾਡਾ ਨਿਸ਼ਾਨਾ ਲਈ ਬੈਠੇ ਆ, ਕਦੋਂ ਵੀ ਤੋਪ ਦਾ ਗੋਲਾ ਦਾਗ ਦੇਣਗੇ। ਸਤਿਗੁਰੂ ਜੀ ਨੇ ਉੱਥੋਂ ਉੱਠਣਾ ਨਹੀਂ ਕੀਤਾ। ਮਹਾਰਾਜ ਕਹਿੰਦੇ ਬਈ ਬਹਿ ਜਾ, ਵੇਖ ਕਰਤਾਰ ਦੇ ਰੰਗ ਫਿਰ ਕੀ ਹੁੰਦਾ ਹੈ। ਤੇ ਉਹ 2 ਤੋਪਾਂ ਤੋਪਚੀ ਨਿਸ਼ਾਨੇ ਲੈ ਰਹੇ ਸੀ, ਸ਼ਿਸ਼ਤ ਬੰਨ ਰਹੇ ਸੀ। ਸੋਦਰ ਦੀ ਚੌਂਕੀ ਦਾ ਭੋਗ ਪਿਆ, ਮਹਾਰਾਜ ਕੇਸੀ ਕੰਘਾ ਕਰਨ ਲੱਗ ਗਏ, ਉੱਥੇ ਹੀ ਬੈਠੇ। ਮਹਾਰਾਜ ਕਿਹਾ ਭੋਗ ਪੈਂਦਾ ਤੇ ਫਿਰ ਉੱਠਦੇ ਆ, ਤਾਂ ਵੀ ਨਹੀਂ ਮਹਾਰਾਜ ਉੱਠੇ। ਸੱਚੇ ਪਾਤਸ਼ਾਹ ਕੇਸੀ ਕੰਘਾ ਕਰਨ ਲੱਗ ਪਏ। ਇੱਕ ਸਿੰਘ ਸਤਿਗੁਰੂ ਜੀ ਦੇ ਸਾਹਮਣੇ ਖਲੋਤਾ ਮਹਾਰਾਜ ਦੀ ਦਸਤਾਰ ਚਿਣ ਰਿਹਾ ਸੀ। ਜਦੋਂ ਉਹਨਾਂ ਤੋਪ ਦਾ ਗੋਲਾ ਦਾਗਿਆ, ਸਿੰਘ ਦੀ ਪਿੱਠ ਵਿੱਚ ਆ ਕੇ ਗੋਲਾ ਵੱਜਾ। ਹਜ਼ੂਰ ਦੇ ਸਾਹਮਣੇ ਉਹ ਤੂੰਬਾ ਉੱਡ ਗਿਆ। ਨਿੱਕੀ ਦਸਤਾਰ ਮਹਾਰਾਜ ਸ਼ੀਸ਼ ਤੇ ਸਜਾ ਲਈ ਸੀ ਸੱਚੇ ਪਾਤਸ਼ਾਹ ਨੇ। ਉਸੇ ਸਮੇਂ ਹਜ਼ੂਰ ਨੇ ਧਨਖ ਉਠਾਇਆ ਤੇ ਤੀਰ ਸਤਿਗੁਰੂ ਜੀ ਨੇ ਕੰਨ ਤੱਕ ਖਿੱਚ ਕੇ ਨਾ, ਜਿਹੜਾ ਸ਼ਿਸ਼ਤ ਬਣ ਰਿਹਾ ਸੀ ਦੂਸਰੇ ਗੋਲੇ ਦੀ, ਉਹਦੇ ਮੱਥੇ ਨੂੰ ਚੀਰ ਕੇ ਮਹਾਰਾਜ ਦਾ ਤੀਰ ਪਾਰ ਲੰਘਿਆ। ਵੇਖੋ ਕਿੱਡੀ ਦੂਰੋਂ ਨਿਸ਼ਾਨਾ ਲਾਇਆ। ਤੇ ਸਤਿਗੁਰੂ ਜੀ ਨੇ ਦੂਸਰਾ ਤੀਰ ਮਾਰਿਆ, ਉਹ
ਦੂਸਰਾ ਤੋਪਚੀ ਵੀ ਥਾਂ ਹੀ ਢੇਰੀ ਕਰ ਦਿੱਤਾ। ਤੋਪਾਂ ਉੱਥੇ ਹੀ ਪਈਆਂ ਰਹਿ ਗਈਆਂ। ਸਰਹੰਦ ਦਾ ਸੂਬਾ ਵਜੀਦ ਖਾਨ ਵੀ ਦੌੜ ਗਿਆ ਪਿੱਛੇ। ਜਿਹੜੀ ਅਣਬਣ ਗੱਲ ਹੈ ਨਾ, ਨਹੀਂ ਬਣ ਸਕਦੀ, ਸਤਿਗੁਰੂ ਜੀ ਉਹਨੂੰ ਵੀ ਛਿੰਨ 'ਚ ਹੀ ਬਣਾ ਦਿੰਦੇ। ਜੇ ਅਨੰਦਪੁਰ ਸਾਹਿਬ ਘੇਰਾ ਕੱਤੀ ਬੈਠਿਆਂ ਨੇ, ਪਹਾੜੀ ਰਾਜੇ ਤਾਸ਼ ਖੇਡਦੇ ਸੀ, ਗੁਰੂਦੇਵ ਨੇ ਤੀਰ ਮਾਰਿਆ ਸੀ ਤੇ ਭੀਮ ਚੰਦ ਨੇ ਆਖਿਆ ਕਰਾਮਾਤ ਨਾਲ ਮਾਰਿਆ ਇੰਨੀ ਦੂਰ। ਸਤਿਗੁਰੂ ਜੀ ਨੇ ਦੂਸਰੇ ਤੀਰ ਨਾਲ ਖੱਤ ਬੰਨ੍ਹ ਕੇ ਮਾਰਿਆ। ਫਿਰ ਮਹਾਰਾਜ ਕਹਿੰਦੇ ਕਰਾਮਾਤ ਨਹੀਂ, ਸਾਡਾ ਸ਼ਸਤਰ ਵਿਦਿਆ ਦਾ ਅਭਿਆਸ ਹੀ ਇੰਨਾ। ਜੇ ਰੁੱਖ ਦਾ ਨਿਸ਼ਾਨਾ ਲੈ ਸਕਦੇ ਆ ਨਾ, ਰਾਜਾ ਭੀਮ ਚੰਦ ਤੇਰੀ ਛਾਤੀ ਦਾ ਨਿਸ਼ਾਨਾ ਵੀ ਇੱਥੋਂ ਲੈ ਸਕਦੇ। ਡਰਦਿਆਂ ਨੇ ਆਪਣੇ ਤੰਬੂ ਪਿੱਛੇ ਕਰ ਲਏ ਸੀਗੇ। ਸੱਚੇ ਪਾਤਸ਼ਾਹ ਮਹਾਰਾਜ ਆਪ ਤਾਂ ਜੇ ਕੋਈ ਅਣਬਣ ਗੱਲ ਹੋਵੇ ਨਹੀਂ ਬਣ ਸਕਦੀ, ਉਹਨੂੰ ਵੀ ਬਣਾਉਣ ਦੇ ਆਪ ਸਮਰੱਥ ਹੋ। ਗਰੀਬ ਨਵਾਜ ਸਭ ਕੁਝ ਆਪ ਜੀ ਦੀ ਆਗਿਆ ਵਿੱਚ ਚੱਲਦਾ ਹੈ। ਨਰ ਲੀਲਾ ਕਲ ਕਾਲ ਕੀ ਕਰ ਜਗਤ ਖਰਾਵੋ। ਜਗਤ ਦੇ ਅੰਦਰ ਸੱਚੇ ਪਾਤਸ਼ਾਹ ਆਪ ਮਨੁੱਖਾਂ ਵਾਲੇ ਕੌਤਕ ਕਰਕੇ ਵਿਖਾ ਰਹੇ ਹੋ। ਮਹਾਰਾਜ ਜੀ ਨੇ ਇਹ ਸ਼ਬਦ ਕਹੇ ਸੀ ਨਾ, ਜਦੋਂ ਹਜ਼ੂਰ ਨੇ ਆਪਣੀ ਕਥਾ ਕਹੀ, ਆਪ ਕਿਹਾ ਅਬ ਮੈਂ ਆਪਣੀ ਕਥਾ ਬਖਾਨੋ ਤਪ ਸਾਧਤ ਜਿਹ ਵਿਦ ਮੁਹਿਆਨੋ। ਮਹਾਰਾਜ ਜਦੋਂ ਆਪਣੀ ਕਥਾ ਕਹੀ ਤੇ ਸਤਿਗੁਰੂ ਜੀ ਦੇ ਸਿੰਘਾਂ ਨੇ ਬੇਨਤੀ ਕਰਕੇ ਕਿਹਾ, ਮਹਾਰਾਜ ਬੜੇ ਬੜੇ ਪੀਰ ਪੈਗੰਬਰ ਹੋਏ ਆ, ਉਹਨਾਂ ਦੀ ਉਮਤ ਅੱਗੇ ਆਪਣੇ ਪੀਰ ਪੈਗੰਬਰ ਦੀ ਕਥਾ ਲਿਖਦੀ ਰਹੀ ਹੈ। ਮਹਾਰਾਜ ਆਪ ਆਪਣੀ ਕਥਾ ਆਪੇ ਹੀ ਲਿਖਣ ਲੱਗੇ ਹੋ। ਤੁਹਾਡਾ ਵੀ ਕੋਈ ਸਿੰਘ ਮਹਾਰਾਜ ਤੁਹਾਡੀ ਕਥਾ ਲਿਖ ਦੇਗਾ। ਮਹਾਰਾਜ ਹੱਸ ਕੇ ਕਹਿੰਦੇ, ਖਾਲਸਾ ਜੀ, ਜਿਹੜਾ ਸਿੱਖ ਹੁੰਦਾ ਹੈ ਨਾ ਗੁਰੂ ਦਾ, ਉਹਨੂੰ ਆਪਣੇ ਗੁਰੂ ਵਿੱਚ ਇੰਨੀ ਸ਼ਰਧਾ ਹੁੰਦੀ ਹੈ, ਆਪਣੇ ਪੀਰ ਪੈਗੰਬਰ ਵਿੱਚ, ਕਿ ਉਹ ਪਰਮੇਸ਼ਰ ਤੋਂ ਵੀ ਵੱਧ ਕੇ ਆਪਣੇ ਪੀਰ ਪੈਗੰਬਰ ਨੂੰ ਲਿਖ ਦਿੰਦੇ। ਲਿਖਦੇ ਸ਼ਰਧਾ ਦੇ ਤੁਲ ਤੇ ਹੈ ਨਾ। ਤੇ ਪਰ ਗੱਲ ਤਾਂ ਇਹ ਹੈਗੀ ਨਹੀਂ, ਪਰਮੇਸ਼ਰ ਤੋਂ ਵੀ ਵੱਡਾ ਦਰਸਾ ਦਿੰਦੇ ਆ। ਤੇ ਮਹਾਰਾਜ ਅਸੀਂ ਆਪ ਜੀ ਨੂੰ ਕੀ ਆਖੀਏ? ਤਾਂ ਹਜ਼ੂਰ ਨੇ ਉਦੋਂ ਆਖਿਆ ਸੀ, ਜੋ ਹਮਕੋ ਪਰਮੇਸ਼ਰ ਉਚਰੈ ਤੇ ਸਭ ਨਰਕ ਕੁੰਡ ਮੈਂ ਪਰ ਹੈ। ਫਿਰ ਭਾਈ ਦਇਆ ਸਿੰਘ ਸਾਹਿਬ ਨੇ ਬੇਨਤੀ ਕੀਤੀ, ਮਹਾਰਾਜ ਜੀ ਆਪ ਜੀ ਦੀ ਸਾਰੀ ਧੁਰ ਕੀ ਬਾਣੀ ਤਾਂ ਇਹੀ ਆਗਿਆ ਕਰਦੀ ਹੈ ਕਿ ਗੁਰੂ ਪਰਮੇਸ਼ਰ ਰੂਪ ਹੈ। ਤੇ ਮਹਾਰਾਜ ਆਪ ਨੇ ਹੁਣ ਇਹ ਕੀ ਬਚਨ ਆਖੇ ਹੈ? ਸਤਿਗੁਰੂ ਜੀ ਕਹਿੰਦੇ ਠੀਕ ਬਾਣੀ ਦੇ ਧੁਰ ਕੀ ਬਾਣੀ ਦੇ ਬਚਨ ਸਤ ਨੇ, ਗੁਰੂ ਪਰਮੇਸ਼ਰ ਰੂਪ ਹੈ, ਪਰ ਇੱਥੇ ਅਸੀਂ ਨਿਮਰਤਾ ਸਿਖਾਈ ਹੈ। ਇਹ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਬਚਨ ਕਹੇ। ਫਿਰ ਕਿਹਾ, ਮਹਾਰਾਜ ਅਸੀਂ ਤੁਹਾਨੂੰ ਕੀ ਕਰਕੇ ਜਾਣੀਏ? ਤੇ ਹਜ਼ੂਰ ਨੇ ਆਖਿਆ, ਮੋਹ ਕੋ ਦਾਸ ਤਵਨ ਕਾ ਜਾਨੋ, ਯਾ ਮੈਂ ਭੇਦ ਨ ਰੰਚ ਪਛਾਨੋ। ਮੈਂ ਹਉ ਪਰਮ ਪੁਰਖ ਕੋ ਦਾਸਾ, ਦੇਖਣ ਆਇਓ ਜਗਤ ਤਮਾਸ਼ਾ। ਇੰਨੀ ਨਿਮਰਤਾ ਹੈ ਸੱਚੇ ਪਾਤਸ਼ਾਹ ਜੀ ਦੀ। ਮਹਾਰਾਜ ਕਹਿੰਦੇ ਅਸੀਂ ਜਗਤ ਦਾ ਤਮਾਸ਼ਾ ਵੇਖਣ ਆਏ ਹਾਂ, ਇਹ ਕੌਤਕ ਵੇਖਣ ਆਏ ਹਾਂ। ਰਾਏ ਕੱਲਾ ਕਹਿੰਦਾ, ਮਹਾਰਾਜ ਤੁਸੀਂ ਮਨੁੱਖ ਲੀਲਾ ਕਰ ਰਹੇ ਹੋ, ਸਰਵ ਕਲਾ ਸਮਰੱਥ ਹੋ, ਜੋ ਚਾਹੋ ਕਰ ਸਕਦੇ ਹੋ। ਸਿੱਖਾਂ ਨੂੰ ਵੀ ਮੌਕੇ ਮੌਕੇ ਤੇ ਸ਼ੰਕੇ ਪੈਂਦੇ ਰਹੇ ਆ। ਜਦੋਂ ਮਹਾਰਾਜ ਜੀ ਨੇ ਕਾਂਗੜ ਗਏ ਸੀ ਨਾ, ਤੇ ਭਾਈ ਧਰਮ ਸਿੰਘ ਮਹਾਰਾਜ ਦੇ ਦਰਸ਼ਨ ਕਰਨ ਤੁਰਿਆ, ਘਰੋਂ ਤਾਂ ਸ਼ਰਧਾ ਨਾਲ ਹੀ ਤੁਰਿਆ। ਰਸਤੇ ਵਿੱਚ ਮਨ ਦੇ ਅੰਦਰ ਸ਼ੰਕਾ ਪੈ ਗਈ ਕਿ ਗੁਰੂ ਸਾਹਿਬ ਦਾ ਤਾਂ ਸਾਰਾ ਪਰਿਵਾਰ ਹੀ ਸ਼ਹੀਦ ਹੋ ਗਿਆ, ਅਨੰਦਪੁਰ ਸਾਹਿਬ ਛੱਡ ਆਏ ਹੈ, ਰਹਿਣ ਨੂੰ ਕੋਈ ਥਾਂ ਨਹੀਂ। ਥਾਵਾਂ ਥਾਵਾਂ ਤੇ ਮਹਾਰਾਜ ਹੁਣ ਆਸਰਾ ਲੈਂਦੇ ਫਿਰਦੇ ਆ। ਇਸ ਤਰ੍ਹਾਂ ਦਾ ਖਿਆਲ ਆ ਕਿ ਮਹਾਰਾਜ ਵਿੱਚ ਸ਼ਕਤੀ ਨਹੀਂ ਕੋਈ ਹੈਗੀ, ਇਸ ਤਰ੍ਹਾਂ ਖਿਆਲ ਆ ਗਿਆ। ਫਿਰ ਸਿੱਖ ਨੂੰ ਜੇ ਗੁਰੂ ਜੀ ਤੇ ਸ਼ੰਕਾ ਹੀ ਹੋ ਜਾਏ ਤੇ ਉਹ ਸਿੱਖ ਦੀ ਕਲਿਆਣ ਨਹੀਂ ਹੁੰਦੀ, ਕਿਉਂਕਿ ਕਲਿਆਣ ਤਾਂ ਗੁਰੂ ਸਾਹਿਬ ਨੇ ਕਰਨੀ ਹੈ। ਤੇ ਜੇ ਗੁਰੂ ਤੇ ਹੀ ਸਿੱਖ ਨੂੰ ਸ਼ੰਕਾ ਹੈ ਤਾਂ ਉਹਦਾ ਭਲਾ ਕਿਵੇਂ ਹੋਊਗਾ? ਫਿਰ ਉਸ ਨੂੰ ਸ਼ੰਕੇ ਤੋਂ ਬਚਾਉਣ ਲਈ ਮਹਾਰਾਜ ਇੱਕ ਕੌਤਕ ਕੀਤਾ। ਭਾਈ ਸਾਹਿਬ ਨੇ ਉਹ ਪ੍ਰਸੰਗ ਲਿਖਿਆ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਅੰਦਰ। ਉਹਨਾਂ ਨੂੰ ਸ਼ਹੀਦ ਸਿੰਘ ਦਾ ਦਰਸ਼ਨ ਹੋਇਆ ਤਿਆਰ ਪਰ ਤਿਆਰ ਬਾਣੇ ਵਿੱਚ। ਕਹਿੰਦੇ ਆ, ਬਈ ਤੁਸੀਂ ਕਿੱਥੇ ਚੱਲੇ ਹੋ? ਭਾਈ ਧਰਮ ਸਿੰਘ ਕਹਿੰਦਾ, ਮੈਂ ਮਹਾਰਾਜ 10ਵੇਂ ਪਾਤਸ਼ਾਹ ਆਏ ਦੀਨੇ ਕਾਂਗੜ ਦਰਸ਼ਨ ਕਰਨ ਚੱਲੇ ਆ।
ਤੁਸੀਂ ਕਿੱਥੇ ਚੱਲੇ ਹੋ? ਕਹਿੰਦਾ ਮੈਂ ਵੀ ਮਹਾਰਾਜ ਦੇ ਦਰਸ਼ਨ ਕਰਨ ਚੱਲੇ ਹਾਂ। ਤੁਹਾਡਾ ਨਾਂ ਕੀ ਹੈ? ਕਹਿੰਦਾ ਮੇਰਾ ਨਾਂ ਧਰਮ ਸਿੰਘ ਹੈ। ਤੁਹਾਡਾ ਕੀ ਨਾਂ ਹੈ? ਕਹਿੰਦਾ ਮੇਰਾ ਨਾਂ ਸ਼ਹੀਦ ਸਿੰਘ ਹੈ। ਅੱਛਾ, ਤੁਹਾਡਾ ਨਾਂ ਸ਼ਹੀਦ ਸਿੰਘ ਹੈ। ਇਉਂ ਗੱਲਾਂ ਬਾਤਾਂ ਕਰਨ ਲੱਗ ਪਏ। ਪੁੱਛਦੇ ਤੁਹਾਡੀ ਸ਼ਕਤੀ ਕੀ ਹੈ? ਕਹਿੰਦਾ ਮੇਰੀ ਸ਼ਕਤੀ ਬਹੁਤ ਹੈ। ਜੇ ਮੈਂ ਚਾਹਾਂ ਤੇ ਇੱਕ ਛਿਨ ਮਾਤਰ 'ਚ ਹੀ ਧਰਤੀ ਦਾ ਚੱਕਰ ਕੱਟ ਸਕਦਾ ਹਾਂ। ਜੇ ਮੈਂ ਚਾਹਾਂ ਤੇ ਮਸਲ ਸਕਦਾ ਹੱਥ ਦੀ ਹਥੇਲੀ ਦੇ ਉੱਤੇ ਰੱਖ ਕੇ ਸਾਰੀ ਦੀ ਸਾਰੀ ਧਰਤੀ ਨੂੰ ਆਪਣਾ ਵੱਡਾ ਆਕਾਰ ਕਰਕੇ ਵਿਖਾਇਆ, ਸੂਖਸ਼ਮ ਤੋਂ ਸੂਖਸ਼ਮ ਆਕਾਰ ਕਰਕੇ ਵਿਖਾਇਆ। ਉਹਨੇ ਵੇਖਿਆ ਇੰਨੀ ਸ਼ਕਤੀ ਦਾ ਮਾਲਕ ਹੈ, ਇਹ ਤਾਂ ਬਹੁਤ ਤਾਕਤਵਰ ਹੈ। ਕਿਹਾ ਤੁਸੀਂ ਕਿੰਨੇ ਕੁ ਜਾਣੇ ਹੋ? 2 4 5 ਕਿੰਨੇ ਕੁ? ਕਹਿੰਦਾ ਅਸੀਂ ਤਾਂ ਕਰੋੜਾਂ ਦੀ ਗਿਣਤੀ ਜਾਂ ਸਾਡੀ ਗਿਣਤੀ ਕੋਈ ਨਹੀਂ ਕਰ ਸਕਦਾ। ਬੜਾ ਹੈਰਾਨ ਹੋਇਆ ਭਾਈ ਧਰਮ ਸਿੰਘ। ਕਹਿੰਦਾ ਫਿਰ ਤੁਹਾਡਾ ਜਥੇਦਾਰ ਕੌਣ? ਤੁਹਾਡੇ ਤੇ ਹੁਕਮ ਕਿਹਦਾ ਚੱਲਦਾ? ਕਹਿੰਦਾ ਸਾਡੇ ਤੇ ਹੁਕਮ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦਾ ਚੱਲਦਾ। ਸਤਿਗੁਰੂ ਜੀ ਜੋ ਚਾਹਣ ਅਸੀਂ ਛਿਨ ਮਾਤਰ ਸਮੇਂ ਵਿੱਚ ਕਰ ਸਕਦੇ ਹਾਂ। ਭਾਈ ਧਰਮ ਸਿੰਘ ਦੇ ਮਨ ਵਿੱਚੋਂ ਸ਼ੰਕਾ ਨਿਕਲ ਗਿਆ। ਜਿਨ੍ਹਾਂ ਦੀ ਤਾਬਿਆ ਰਹਿਣ ਵਾਲੀ ਏਡੀ ਵੱਡੀ ਫੌਜ ਤੇ ਕੁਝ ਦਾ ਕੁਝ ਕਰ ਸਕਦੀ ਹੈ ਮਨਾ, ਇਹ ਸਤਿਗੁਰੂ ਜੀ ਦੀ ਲੀਲਾ ਹੀ ਹੈ। ਮਹਾਰਾਜ ਕੌਤਕ ਹੀ ਕਰ ਰਹੇ ਸੱਚੇ ਪਾਤਸ਼ਾਹ। ਰਾਏ ਕੱਲੇ ਨੂੰ ਸ਼ਰਧਾ ਹੈ। ਕਹਿੰਦਾ ਮਹਾਰਾਜ ਜੋ ਚਾਹੋ ਕਰ ਸਕਦੇ ਹੋ। ਆਪ ਜੀ ਨਰ ਲੀਲਾ ਵਰਤਾ ਰਹੇ ਹੋ, ਇਹ ਕੌਤਕ ਵਰਤਾ ਰਹੇ ਹੋ ਸੱਚੇ ਪਾਤਸ਼ਾਹ। ਮਰਦਾਂ ਨੂੰ ਮਰਦਾਊ ਪੁਣੇ ਨਾਲ ਜੂਝਣਾ ਕੌਣ ਦੱਸਦਾ ਜੇ ਸਤਿਗੁਰੂ ਇਉਂ ਨਾ ਕਰ ਦਿੱਤਾ। ਸੱਚੇ ਪਾਤਸ਼ਾਹ ਮਹਾਰਾਜ ਨੇ ਅੰਮ੍ਰਿਤ ਦੀ ਸ਼ਕਤੀ ਪ੍ਰਗਟ ਕਰਕੇ ਵਿਖਾਈ ਚਮਕੌਰ ਸਾਹਿਬ ਦੇ ਮੈਦਾਨੇ ਜੰਗ ਦੇ ਅੰਦਰ। ਕਿਹਾ ਸੀ ਕਿ 1.25 ਲੱਖ ਨਾਲ ਮੈਂ ਇੱਕ ਲੜਾ ਦਿਆਂਗਾ। ਚਮਕੌਰ ਸਾਹਿਬ ਦੀ ਉਹ ਧਰਤੀ ਗਵਾਹੀ ਦਿੰਦੀ ਹੈ ਕਿ ਗੁਰੂਦੇਵ ਨੇ ਇੱਥੇ ਉਹ ਬਚਨ ਸੱਤ ਕੀਤੇ ਸੱਚੇ ਪਾਤਸ਼ਾਹ ਨੇ। ਰਾਏ ਕੱਲਾ ਕਹਿੰਦਾ ਮਹਾਰਾਜ ਆਪ ਤਾਂ ਜੋ ਚਾਹੋ ਕਰ ਸਕਦੇ ਹੋ। ਹਰਖ ਸ਼ੋਕ ਨਹਿ ਵਿਆਪਹੀ ਤਿਲ ਲੇਪ ਨ ਲਾਵੋ। ਆਪ ਜੀ ਨੂੰ ਤਾਂ ਨਾ ਕੋਈ ਹਰਖ ਹੈ, ਖੁਸ਼ੀ ਹੈ, ਤੇ ਨਾ ਕੋਈ ਸ਼ੋਕ ਗਮੀ ਹੈ। ਤਿਲ ਮਾਤਰ ਵੀ ਮਹਾਰਾਜ ਆਪ ਨੂੰ ਸੰਸਾਰ ਦੇ ਅੰਦਰ ਕੋਈ ਲਪਾਏਮਾਨਗੀ ਨਹੀਂ ਹੈ। ਜੇ ਲਪਾਏਮਾਨਗੀ ਹੈ ਨਾ ਕਿਸੇ ਨੂੰ ਤੇ ਉਹਨਾਂ ਕੋਲੋਂ ਇਹ ਦੁੱਖ ਝੱਲੇ ਨਹੀਂ ਜਾ ਸਕਦੇ। ਸੱਚੇ ਪਾਤਸ਼ਾਹ ਮਹਾਰਾਜ ਜੀ ਉੱਜੜਦਾ ਹੋਇਆ ਆਨੰਦਪੁਰ ਸਾਹਿਬ, ਤੇ ਜਦੋਂ ਮਹਾਰਾਜ ਨੇ ਸ਼੍ਰੀ ਆਨੰਦਪੁਰ ਸਾਹਿਬ ਛੱਡਣਾ ਸੀ ਨਾ, ਸਾਧ ਸੰਗਤ ਜੀ, ਜਦੋਂ ਕੋਈ ਸਾਹਮਣੇ ਵੇਖਦਾ ਨਾ ਸੁੱਖਾਂ ਨੂੰ, ਵੇਖ ਕੇ ਅਨੁਮਾਨ ਲਾ ਲੈਂਦੇ ਵੀ ਲੈ ਵੀ ਇਹ ਵੀ ਸਾਡੇ ਵਰਗੇ ਹੀ ਹੈ। ਪਰ ਸਤਿਗੁਰੂ ਜੀ ਤਾਂ ਆਮ ਮਨੁੱਖਾਂ ਵਰਗੇ ਨਹੀਂ, ਕਿਉਂਕਿ ਮਹਾਰਾਜ ਆਖਿਆ ਮਾਨੁਖ ਕਾ ਕਰ ਰੂਪ ਨਾ ਜਾਣ। ਸਤਿਗੁਰੂ ਜੀ ਖੁਦ ਨਿਰੰਕਾਰ ਸਰੂਪ ਨੇ, ਜੋਤ ਰੂਪ ਹਾਰੇ ਆਪ ਗੁਰੂ ਨਾਨਕ ਕਹਾਇਓ। ਜਦੋਂ ਸ੍ਰੀ ਆਨੰਦਪੁਰ ਸਾਹਿਬ ਛੱਡਣਾ ਸੀ, ਉਸ ਤੋਂ ਕੁਝ ਦਿਨ ਪਹਿਲਾਂ ਮਹਾਰਾਜ ਜੀ ਨੇ ਜਿੰਨੇ ਪਸ਼ਮੀਨੇ ਦੇ ਬਸਤਰ ਸੀ, ਹੋਰ ਜਿੰਨੇ ਰੇਸ਼ਮੀ ਬਸਤਰ ਸੀ, ਖੌਰੇ ਕਿੱਥੋਂ ਕਿੱਥੋਂ ਸੰਗਤਾਂ ਲਿਆਉਂਦੀਆਂ, ਤੇ ਬੇਸ਼ਕੀਮਤੇ ਵਸਤਰ, ਉਹਨਾਂ ਵਿੱਚ ਹੀਰੇ ਜੜੇ ਹੋਏ, ਸੋਨੇ ਦੀ ਕਢਾਈ। ਤੇ ਜਦੋਂ ਕੁਝ ਸਮਾਂ ਪਹਿਲਾਂ ਇਹ ਸਭ ਕੁਝ ਕਢਾਇਆ ਤੇ ਮਹਾਰਾਜ ਜੀ ਨੇ ਜਦੋਂ ਸਾਰਾ ਕੁਝ ਬਾਹਰ ਮੰਗਵਾ ਲਿਆ, ਸਿੰਘ ਸੋਚਦੇ ਵੀ ਸ਼ਾਇਦ ਕੋਈ ਧੁੱਪ ਲਵਾਉਣੀ ਹੋਣੀ ਹੈ, ਤਾਂ ਮਹਾਰਾਜ ਬਾਹਰ ਕਢਵਾ ਰਹੇ ਆ। ਜਦੋਂ ਚੰਗਾ ਅੰਬਾਰ ਲਾ ਲਿਆ ਨਾ ਬਾਹਰ, ਏਡੇ ਏਡੇ ਬੇਸ਼ਕੀਮਤੇ ਵਸਤਰ, ਬੜੇ ਦੁਰਲੱਭ। ਮਹਾਰਾਜ ਕਹਿੰਦੇ ਇਹਨਾਂ ਨੂੰ ਅੱਗ ਲਾ ਦਿਓ। ਸਾਰੇ ਬੜੇ ਹੈਰਾਨ, ਮਹਾਰਾਜ ਇੰਨੇ ਸੋਹਣੇ ਵਸਤਰ ਤੇ ਖੌਰੇ ਕਿੱਦਾਂ ਕਿੱਦਾਂ ਸਿੱਖਾਂ ਨੇ ਇਕੱਠੇ ਕੀਤੇ ਹੋਊਗੇ। ਮਹਾਰਾਜ ਕਹਿੰਦੇ ਅੱਗ ਲਾ ਦਿਓ। ਜਦੋਂ ਹੁਕਮ ਸੀ ਫਿਰ ਅੱਗ ਲਾ ਦਿੱਤੀ ਗਈ। ਸਾਰੇ ਉਹ ਵਸਤਰ ਬਲ ਗਏ, ਉਹਦੇ ਵਿੱਚੋਂ ਜਿੰਨੇ ਹੀਰੇ ਸੋਨਾ ਆਦਿਕ ਨਿਕਲਿਆ, ਮਹਾਰਾਜ ਕਹਿੰਦੇ ਇਕੱਠਾ ਕਰ ਲਓ। ਉਹ ਇਕੱਠਾ ਕਰਵਾਇਆ। ਫਿਰ ਮਹਾਰਾਜ ਨੇ ਖਜ਼ਾਨਾ ਖੁਲਵਾ ਲਿਆ ਸੱਚੇ ਪਾਤਸ਼ਾਹ ਨੇ, ਤੇ ਸਤਲੁਜ ਦੇ ਕੰਢੇ ਤੇ ਪਲੰਘਾ ਡਵਾ ਲਿਆ। ਆਖਿਆ ਵੀ ਜਿੰਨੀਆਂ ਮੋਹਰਾਂ, ਜਿੰਨਾ ਸੋਨਾ, ਸਭ ਲਿਆ ਕੇ ਦਰਿਆ ਵਿੱਚ ਸਿੱਟੋ। ਸਭ ਕੁਛ ਮਹਾਰਾਜ ਨੇ ਸਤਲੁਜ ਦੀ ਭੇਟ ਕਰ ਦਿੱਤਾ ਸੀ। ਕੀ ਮਹਾਰਾਜ ਨੂੰ ਲੇਪ ਹੈ ਕੋਈ ਲਪਾਏਮਾਨਗੀ ਨਹੀਂ ਸੱਚੇ ਪਾਤਸ਼ਾਹ ਜੀ ਨੂੰ। ਚਾਹੇ ਉਹ ਕੋਲ ਹੈ ਇੰਨੀ ਦੌਲਤ, ਤਾਂ ਵੀ ਉਹਦਾ ਸਤਿਗੁਰੂ ਜੀ ਨੂੰ ਕੋਈ ਲੇਸ਼ ਮਾਤਰ ਲੇਪ ਨਹੀਂ। ਜੇ ਛੱਡ ਦਿੱਤੀ ਹੈ ਤਾਂ ਵੀ ਮਹਾਰਾਜ ਜੀ ਨੂੰ ਕੋਈ ਉਹਦਾ ਮਲਾਲ ਹੀ ਨਹੀਂ ਹੈਗਾ। ਸਗੋਂ ਮਾਤਾ ਜੀ ਨੇ ਜਦੋਂ ਸਿੰਘਾਂ ਨੇ ਕੁਝ ਜਿਹੜੇ ਲੋੜਵੰਦ ਸੀ ਉਹਨਾਂ ਸ਼ਿਕਾਇਤ ਕੀਤੀ, ਮਾਤਾ ਜੀ ਇਹ ਗੁਰੂ ਸਾਹਿਬ ਦਰਿਆ 'ਚ ਵੀ ਸੁੱਟ ਕੇ ਸਾਰੀ ਬਰਬਾਦ ਹੀ ਕਰਨੀ ਹੈ, ਜੇ ਸਾਨੂੰ ਦਵਾ ਦਿਓ ਥੋੜ੍ਹੀ ਬਹੁਤੀ ਤਾਂ। ਤਾਂ ਮਾਤਾ ਜੀ ਨੇ ਫਿਰ ਕਿਹਾ ਗੁਰੂ ਸਾਹਿਬ ਨੂੰ ਕਿ ਜਿਹੜੇ ਤੁਹਾਡੇ ਮੁੱਢ ਕਦੀਮੀ ਸੇਵਾਦਾਰ ਨੇ,
ਕੁਝ ਜਿਹੜੇ ਲੋੜਵੰਦ ਨੇ ਆਪਣੇ ਖਾਲਸੇ ਨੂੰ ਹੀ ਮਾਇਆ ਦੇ ਦਿਓ। ਤੇ ਮਹਾਰਾਜ ਜੀ ਨੇ ਨਾ ਇੱਕ ਬਰਤਨ ਮੰਗਵਾਇਆ ਤੇ ਸਤਿਗੁਰੂ ਜੀ ਨੇ ਆਪਣੇ ਕੋਲੋਂ ਉਹਦੇ ਵਿੱਚ ਜ਼ਹਿਰ ਪਾਈ। ਜ਼ਹਿਰ ਪਾ ਕੇ ਮਾਤਾ ਜੀ ਨੂੰ ਕਹਿੰਦੇ ਆ ਕਿ ਅਸੀਂ ਮਾਤਾ ਜੀ ਇਸ ਵਿੱਚ ਜ਼ਹਿਰ ਮਿਲਾ ਦਿੱਤੀ ਹੈ ਤੇ ਹੁਣ ਤੁਸੀਂ ਸਾਨੂੰ ਕਹੋ ਕਿ ਇਹ ਪੀ ਲਓ। ਮਾਤਾ ਜੀ ਕਹਿੰਦੇ ਮਹਾਰਾਜ ਅਸੀਂ ਇਹ ਕਿਵੇਂ ਕਹਿ ਸਕਦੇ ਹਾਂ ਤੁਹਾਨੂੰ ਕਿ ਤੁਸੀਂ ਇਹ ਜ਼ਹਿਰ ਪੀ ਲਵੋ। ਤੇ ਮਾਤਾ ਜੀ ਨੂੰ ਸਤਿਗੁਰੂ ਜੀ ਕਹਿੰਦੇ ਨੇ ਮਾਤਾ ਜੀ ਸਾਡਾ ਪੁੱਤਰ ਹੈ ਖਾਲਸਾ, ਅਸੀਂ ਕਿਵੇਂ ਆਪਣੇ ਪੁੱਤਰ ਨੂੰ ਫਿਰ ਇਹ ਜ਼ਹਿਰ ਦੇ ਸਕਦੇ ਹਾਂ। ਇਹ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸਿੱਖਿਆਵਾਂ ਦਰਸਾਈਆਂ। ਲੇਸ਼ ਮਾਤਰ ਵੀ ਮਹਾਰਾਜ ਜੀ ਨੂੰ ਲੇਪ ਨਹੀਂ ਹੈ ਸੰਸਾਰ ਦੇ ਸੁੱਖਾਂ ਦਾ। ਜਿਨ੍ਹਾਂ ਨੂੰ ਇਹ ਲੇਪ ਰਹਿੰਦਾ ਹੈ ਸਿੱਖੀ ਕਮਾਉਣੀ ਤਾਂ ਹੀ ਔਖੀ ਹੁੰਦੀ ਹੈ। ਇਹ ਲਪਾਏਮਾਨਗੀ ਹਟਦੀ ਕਦੋਂ ਹੈ? ਜਦੋਂ ਆਪਾਂ ਮਹਾਰਾਜ ਦਾ ਨਾਮ ਜਪੀਏ, ਕਿਰਤ ਕਰੀਏ, ਦਸਵੰਧ ਕੱਢੀਏ, ਸਤਿਗੁਰੂ ਜੀ ਨਾਲ ਪਿਆਰ ਕਰੀਏ, ਬਾਣੀ ਨਾਲ ਪ੍ਰੇਮ ਪਾਈਏ, ਫਿਰ ਸੰਸਾਰ ਦੇ ਸੁੱਖਾਂ ਦੀ ਲਪਾਏਮਾਨਗੀ ਹਟ ਜਾਂਦੀ ਹੈ। ਨਹੀਂ ਤਾਂ ਜੀਵ ਇਹਦੇ ਵਿੱਚ ਲਿਪਟੇ ਹੋਏ ਵੀ ਵੇਖ ਲਓ ਅੰਤ ਨੂੰ ਕਿਹੜੀ ਕੋਈ ਚੀਜ਼ ਨਾਲ ਨਿਭਦੀ ਹੈ। ਤੇ ਇੱਥੇ ਕਿੰਨੇ ਜੱਫੇ ਮਾਰ ਮਾਰ ਕੇ ਮਨ ਰੱਖਦਾ, ਕੋਈ ਵੀ ਚੀਜ਼ ਨਾਲ ਨਹੀਂ ਨਿਭਦੀ। ਸਤਿਗੁਰੂ ਜੀ ਕਹਿੰਦੇ ਸ਼ਬਦ ਆਸਰੇ ਜਿਉਂਦਾ ਹੀ ਸਭ ਕੁਝ ਛੱਡ ਦੇ, ਤਾਂ ਕਰਕੇ ਤੇਰਾ ਭਲਾ ਹੋ ਜਾਏਗਾ। ਰਾਏ ਕਹਿਲਾ ਕਹਿੰਦਾ ਮਹਾਰਾਜ ਤੁਹਾਨੂੰ ਤਾਂ ਲੇਸ਼ ਮਾਤਰ ਵੀ ਕੋਈ ਲਪਾਏਮਾਨਗੀ ਨਹੀਂ ਹੈ। ਹਮ ਲੋਕਨ ਕੋ ਦੀਖਤੀ ਜਬਰੀ ਤੁਰ ਕੇਸ਼ਾ। ਮਹਾਰਾਜ ਸਾਨੂੰ ਤਾਂ ਜਿਹੜਾ ਬਾਹਰੋਂ ਦਿਸ ਰਿਹਾ ਹੈ ਕਿ ਤੁਰਕ ਬਾਦਸ਼ਾਹ ਨੇ ਬਹੁਤ ਜ਼ਿਆਦਾ ਜਬਰੀ ਕੀਤੀ ਹੈ, ਬੜਾ ਇਹ ਚੜ੍ਹ ਕੇ ਆਇਆ ਹੈ। ਸਤਿਗੁਰੂ ਇਹ ਸਭ ਤੁਹਾਡੇ ਕੌਤਕ ਨੇ ਗਰੀਬ ਨਵਾਜ, ਆਪ ਹੀ ਇਹ ਸਭ ਖੇਲ ਵਰਤਾ ਰਹੇ ਹੋ। ਕਰਿਓ ਬੁਰਾ ਤਿਨ ਆਪਨ ਸਭ ਤੁਮ ਸੋ ਰਚ ਦੁਆਸ਼ਾ। ਸੱਚੇ ਪਾਤਸ਼ਾਹ ਤੁਹਾਡੇ ਨਾਲ ਦਵੈਸ਼ ਰਚ ਕੇ ਵੈਰ ਪਾ ਕਰਕੇ ਆਪਣਾ ਸਭ ਕੁਝ ਹੀ ਬਰਬਾਦ ਕਰ ਲਿਆ। ਹਿੰਦੁਸਤਾਨ ਦੇ ਅੰਦਰੋਂ ਮੁਗਲੀਆ ਸਲਤਨਤ ਨੂੰ ਕੋਈ ਖਤਮ ਨਹੀਂ ਸੀ ਕਰ ਸਕਦਾ। ਮੁਗਲ ਰਾਜ ਸਾਧ ਸੰਗਤ ਜੀ ਅਰਬ ਦੇਸ਼ਾਂ ਵਿੱਚ ਜਿੱਦਾਂ ਦਾ ਰਾਜ ਹੈ ਨਾ ਉੱਦਾਂ ਦਾ ਰਾਜ ਸੀ ਹਿੰਦੁਸਤਾਨ ਦੇ ਅੰਦਰ। ਤੇ ਇਹ ਅਫਗਾਨਿਸਤਾਨ ਵਰਗਾ ਹੀ ਹੋਣਾ ਸੀ ਜੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸ਼ਹਾਦਤ ਨਾ ਦਿੰਦੇ ਤਾਂ। ਸੱਚੇ ਪਾਤਸ਼ਾਹ ਮਹਾਰਾਜ ਦੀਆਂ ਕੁਰਬਾਨੀਆਂ ਸਦਕਾ ਕਿ ਇਸ ਭਾਰਤ ਵਰਸ਼ ਦੇ ਅੰਦਰੋਂ ਮੁਗਲ ਰਾਜ ਦੀ ਜੜ ਪੁੱਟੀ ਗਈ। ਸੱਚੇ ਪਾਤਸ਼ਾਹ ਮਹਾਰਾਜ ਤੁਹਾਡੇ ਨਾਲ ਵੈਰ ਪਾ ਕੇ ਇਹਨਾਂ ਨੇ ਆਪਣਾ ਮੁਗਲ ਰਾਜ ਨਾਸ਼ ਕਰ ਲਿਆ ਏ। ਸੁਨ ਕੈ ਸ਼੍ਰੀ ਮੁਖ ਤੇ ਕਹਿਓ ਤਿਮ ਹੋਵਨ ਹਾਰੀ। ਸਤਿਗੁਰੂ ਜੀ ਸੁਣ ਕਰਕੇ ਰਾਏ ਕੱਲੇ ਤੋਂ ਹਜੂਰ ਆਪਣੇ ਸ਼੍ਰੀ ਮੁਖ ਤੋਂ ਕਹਿੰਦੇ ਆ ਰਾਏ ਕੱਲਾ ਵਾਹਿਗੁਰੂ ਦਾ ਹੁਕਮ ਐਸਾ ਸੀ, ਪਰਮੇਸ਼ਰ ਦੀ ਰਜ਼ਾ ਐਸੀ ਸੀ। ਇਹ ਮਹਾਰਾਜ ਦੀ ਵੇਖੋ ਕੈਸੀ ਇੱਕ ਰਸ ਬਿਰਤੀ ਰਹਿੰਦੀ ਹੈ ਸਤਿਗੁਰੂ ਜੀ ਦੀ। ਹੁਕਮ ਵਿੱਚ ਗਰੀਬ ਨਵਾਜ ਪ੍ਰਸੰਨ ਰਹਿੰਦੇ ਆ। ਜੇ ਭਾਈ ਡੱਲੇ ਨੇ ਜਦੋਂ ਮਹਾਰਾਜ ਉੱਥੇ ਗਏ ਨਾ ਤਾਂ ਉਹਨੂੰ ਵੀ ਆਖਿਆ ਸੀ ਮਹਾਰਾਜ ਤੁਸੀਂ ਮੈਨੂੰ ਚੇਤੇ ਹੀ ਨਹੀਂ ਕੀਤਾ, ਮੈਨੂੰ ਯਾਦ ਕਰਦੇ ਮੇਰੇ ਸਿਪਾਹੀ ਤਾਂ ਮਹਾਰਾਜ 100 ਤੇ ਭਾਰੂ ਪੈਂਦੇ ਤੇ ਮਹਾਰਾਜ ਆ ਜਿਹੜੀ ਤੁਹਾਡੀ ਫੌਜ ਹੈ ਇਹ ਤਾਂ ਮਾੜੂਏ ਜੇ ਵਿਚਾਰੇ ਇਹਨਾਂ ਕੀ ਲੜਾਈ ਲੜਨੀ ਹੈ। ਸਤਿਗੁਰੂ ਜੀ ਨੇ ਵੇਖਿਆ ਵੀ ਡੱਲਾ ਤਾਂ ਮਾਣ 'ਚ ਆ ਗਿਆ। ਸਤਿਗੁਰੂ ਜੀ ਦੇ ਕੋਲ ਉਸ ਸਮੇਂ ਲਾਹੌਰ ਦੇ ਇੱਕ ਸਿੱਖ ਨੇ ਬੜੀ ਸੋਹਣੀ ਬੰਦੂਕ ਭੇਟ ਕੀਤੀ ਆ ਕੇ। ਮਹਾਰਾਜ ਕਹਿੰਦੇ ਵੀ ਡੱਲਿਆ ਤੇਰੇ ਸਿਪਾਹੀ ਵਾਕਈ ਬੜੇ ਜਾਂਬਾਜ਼ ਲੱਗਦੇ ਆ, ਵੇਖਣ ਨੂੰ ਚੰਗੇ ਤਾਕਤਵਰ। ਜਿਹੜਾ ਇੱਕ ਖੜਾ ਕਰਾਈ ਸਾਹਮਣੇ ਅਸੀਂ ਬੰਦੂਕ ਪਰਖਣੀ ਹੈ। ਉਹਨੂੰ ਕਿਹਾ ਮਹਾਰਾਜ ਕਿਸੇ ਜਾਨਵਰ ਤੇ ਪਰਖ ਲਓ, ਕਾਹਨੂੰ ਬੰਦਾ ਕਾਹਨੂੰ ਮਾਰਨਾ। ਮਹਾਰਾਜ ਕਹਿੰਦੇ ਸਾਡੀ ਮੌਜ ਹੈ, ਖੜਾ ਕਰਾ ਕੇ ਕੋਈ ਤੇਰਾ ਸਿਪਾਹੀ ਵੇਖੀਏ ਕਿੱਡੇ ਕੁ ਦਲੇਰ ਹੈ। ਤੇ ਡੱਲੇ ਦਾ ਮੂੰਹ ਅਜੇ ਮਹਾਰਾਜ ਵੱਲ ਨੂੰ ਸੀ ਤੇ ਸਿਪਾਹੀ ਪਿੱਛੋਂ ਭੱਜ ਵੀ ਗਏ। ਹੁਣ ਗੋਲੀ ਦੇ ਅੱਗੇ ਕੌਣ ਖਲੋਵੇ। ਮਹਾਰਾਜ ਕਹਿੰਦੇ ਆ ਜਾਂ ਸਾਡੇ ਘਾਈ ਸਿੱਖ ਨੇ ਉੱਥੇ ਆਖੀ ਅਸੀਂ ਗੋਲੀ ਮਾਰਨੀ ਹੈ ਛਾਤੀ ਵਿੱਚ ਤੇ ਜਿਹਨੇ ਗੋਲੀ ਖਾਣੀ ਉਹ ਆਵੇ। ਤੇ ਰਾਏ ਡੱਲੇ ਨੇ ਜਦੋਂ ਆਵਾਜ਼ ਦਿੱਤੀ, ਭਾਈ ਵੀਰ ਸਿੰਘ ਤੇ ਭਾਈ ਧੀਰ ਸਿੰਘ ਦੋਵੇਂ ਪਿਤਾ ਤੇ ਪੁੱਤਰ, ਇੱਕ ਲਿੱਦ ਹਟਾਉਂਦਾ ਸੀ, ਇੱਕ ਘੋੜੇ ਨੂੰ ਪੱਠੇ ਪਾ ਰਿਹਾ ਸੀ। ਹਜੂਰ ਦੀ ਆਵਾਜ਼ ਦਾ ਸੁਨੇਹਾ ਹੀ ਸੁਣਿਆ ਤੇ ਇੱਕ ਦੇ ਹੱਥ ਵਿੱਚ ਦਸਤਾਰ ਹੈ ਤੇ ਦੂਸਰਾ ਉਵੇਂ ਹੀ ਭੱਜਿਆ ਸਤਿਗੁਰੂ ਜੀ ਦੇ ਦਰਬਾਰ ਵਿੱਚ। ਡੱਲਾ ਵੇਂਦਾ ਕਿ ਮਹਾਰਾਜ ਵੇਖਾਂਗੇ ਇਹਨਾਂ ਦੇ ਗੋਲੀ ਕਿਵੇਂ ਮਾਰਦੇ ਆ ਭਲਾ। ਉਹ ਇੱਕ ਦੂਸਰੇ ਤੋਂ ਅੱਗੇ ਹੁੰਦੇ
ਡੱਲਾ ਵੇਖ ਵੇਖ ਕੇ ਹੈਰਾਨ ਹੈ ਵੀ ਉਹ ਮਰਨ ਨੂੰ ਕਾਹਲੇ ਪੈ ਰਹੇ ਆ, ਇੱਕ ਦੂਸਰੇ ਤੋਂ ਅੱਗੇ ਹੁੰਦੇ। ਮਹਾਰਾਜ ਨੇ ਥੰਮ ਜਾਣ ਦਾ ਹੁਕਮ ਦੇ ਦਿੱਤਾ, ਪਿਛਲਾ ਪਿੱਛੋਂ ਅੱਡੀਆਂ ਚੁੱਕੇ ਕਿ ਗੋਲੀ ਮੇਰੇ ਵੱਜ ਜਾਵੇ। ਹਜ਼ੂਰ ਨੇ ਸਿਰ ਦੇ ਉੱਤੋਂ ਦੀ ਗੋਲੀ ਕੱਢ ਦਿੱਤੀ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ, ਡੱਲਿਆ ਵੇਖ, ਇਹੋ ਜਿਹੇ ਸਿੰਘ ਸੀ ਮੇਰੇ ਨਾਲ ਚਮਕੌਰ ਸਾਹਿਬ ਦੀ ਗੜੀ ਦੇ ਅੰਦਰ। ਇਹ ਜਿਹੜੀ ਇਹਨਾਂ ਨੂੰ ਸਿੱਖੀ ਦੀ ਪਾਨ ਚੜ੍ਹਾਈ ਹੈ ਨਾ, ਪਹਿਲੋਂ ਇਸ ਸਿੱਖੀ ਨੂੰ ਦੇਗੇ ਵਿੱਚ ਉਬਾਲੇ ਦਿੱਤੇ ਹੈ, ਤੱਤੀ ਤਵੀ ਤੇ ਬੈਠਣ ਦੀ ਪਾਨ ਚਾੜੀ ਹੈ ਸਿੱਖੀ ਨੂੰ। ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਆਰੇ ਦੇ ਤੰਦਿਆਂ ਥੱਲੇ ਖਿਲਾਰੀ ਹੈ ਸਿੱਖੀ। ਇਹ ਪਰਖ ਕੇ ਫਿਰ ਚਮਕੌਰ ਸਾਹਿਬ ਦੇ ਮੈਦਾਨੇ ਜੰਗ ਦੇ ਅੰਦਰ ਭਮਟਾਂ ਵਾਂਗੂ ਲੜ ਕੇ ਸ਼ਹੀਦ ਹੋਏ ਆ। ਤੇਰੇ ਸਿਪਾਹੀ ਤਾਂ ਵੇਖ ਲਾ ਭੱਜ ਵੀ ਗਏ ਆ, ਤੇਰੇ ਸਿਪਾਹੀਆਂ ਨੇ ਕੀ ਉੱਥੇ ਲੜਾਈ ਲੜਨੀ ਸੀ। ਮਹਾਰਾਜ ਜੀ, ਇਹ ਇੰਨੀ ਸ਼ਕਤੀ ਕਾਹਦੀ ਹੈ? ਸਤਿਗੁਰੂ ਜੀ ਕਹਿੰਦੇ, ਖੰਡੇ ਦੇ ਅੰਮ੍ਰਿਤ ਦੀ ਸ਼ਕਤੀ ਹੈ। ਤੇ ਫਿਰ ਡੱਲੇ ਨੇ ਕਿਹਾ, ਮਹਾਰਾਜ ਮੈਨੂੰ ਵੀ ਕਿਰਪਾ ਕਰਕੇ ਆਪਣੀ ਬਖਸ਼ਿਸ਼ ਅੰਮ੍ਰਿਤ ਦੀ ਦਾਤ ਦਿਓ। ਤੇ ਭਾਈ ਡੱਲ ਸਿੰਘ ਸਜਿਆ ਸੀ। ਕਹਿੰਦੇ ਨੇ ਭਾਈ ਡੱਲੇ ਨੇ ਕਿਹਾ, ਮਹਾਰਾਜ ਇਹ ਸਿੰਘ ਆਪ ਜੀ ਨੂੰ ਇੰਨਾ ਪਿਆਰ ਕਿਉਂ ਕਰਦੇ ਹੈ? ਸਤਿਗੁਰੂ ਜੀ ਕਹਿੰਦੇ, ਸਿੰਘ ਮੇਰੇ ਵਾਸਤੇ ਮੇਰੇ ਅਜੀਤ ਸਿੰਘ ਨੇ, ਮੇਰੇ ਜੁਝਾਰ ਸਿੰਘ ਨੇ। ਜਦੋਂ ਮਾਤਾ ਸਾਹਿਬ ਨੇ ਪੁੱਛਿਆ ਸੀ ਨਾ ਕਿ ਮਹਾਰਾਜ ਸਾਹਿਬਜ਼ਾਦੇ ਕਿੱਥੇ ਨੇ, ਸਾਡੇ ਵੱਲ ਹੱਥ ਕਰਕੇ ਮਹਾਰਾਜ ਨੇ ਕਿਹਾ ਸੀ, ਮੈਂ ਆਪਣੇ ਇਸ ਖਾਲਸੇ ਤੋਂ ਆਪਣੇ ਚਾਰੇ ਲਾਲ ਵਾਰ ਦਿੱਤੇ। ਇਹ ਵੇਖ ਮੇਰੇ ਪੁੱਤਰ ਸਾਹਮਣੇ ਬੈਠੇ ਹੈ। ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕਿਹਾ ਸੀ, ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁੱਤ ਚਾਰ। ਸੁੱਤ ਕਹਿੰਦੇ ਪੁੱਤਰ ਨੂੰ ਮੈਂ 4 ਵਾਰ, ਇਹਨਾਂ ਜਿਹੜੇ ਆ ਪੁੱਤਰ ਆਪਣੇ 4 ਸਾਹਿਬਜ਼ਾਦੇ, ਇਹਨਾਂ ਪੁੱਤਰਾਂ ਦੇ ਉੱਤੋਂ ਦੀ ਲੁਟਾ ਦਿੱਤੇ ਆ। 4 ਮੂਏ ਤਾਂ ਕਿਆ ਪਾਇਆ, ਜੀਵਤ ਲੱਖ ਹਜ਼ਾਰ। ਲੱਖਾਂ ਤੇ ਹਜ਼ਾਰਾਂ ਹੀ ਵੇਖ ਮੇਰੇ ਪੁੱਤਰ ਜਿਉਂਦੇ ਆ। ਮਹਾਰਾਜ ਨੇ ਨਰੰਗੇ ਨੂੰ ਵੀ ਇਹ ਸ਼ਬਦ ਲਿਖੇ ਜਫਰਨਾਮੇ ਵਿੱਚ ਕਿ ਨਰੰਗਿਆ, ਤੂੰ ਮੇਰੇ 4 ਪੁੱਤਰ ਮਾਰ ਕੇ ਸੋਚਦਾ ਹੋਵੇਂਗਾ ਮੇਰਾ ਹੌਸਲਾ ਪਸਤ ਕਰ ਦਿੱਤਾ। ਮੇਰੇ ਸਿਰ ਦੇ ਉੱਤੇ ਅਕਾਲ ਪੁਰਖ ਵਾਹਿਗੁਰੂ ਦਾ ਸਾਇਆ ਹੈ। ਮਹਾਰਾਜ ਕਹਿੰਦੇ ਨੇ, ਮੇਰਾ ਕੁੰਡਲੀਆ ਨਾਗ ਜਿਹੜਾ ਖਾਲਸਾ ਪੁੱਤਰ ਸਦਾ ਜਿਉਂਦਾ। ਕਿਉਂਕਿ ਉਹਨੇ ਕਿਹਾ ਸੀ ਨਾ, ਜਿਹੜਾ ਇਹ ਝੂਠਾ ਨੰਦ ਹੈ, ਉਹਨੇ ਕਿਹਾ ਸੀ ਸਾਹਿਬਜ਼ਾਦਿਆਂ ਵੱਲ ਜਦੋਂ ਕਚਹਿਰੀ ਵਿੱਚ ਖੁਸ਼ਾਮਦ ਕਰਦੇ ਆ ਵਜ਼ੀਰ ਖਾਨ ਦੀ, ਇਹ ਚਿਮਚੇ ਜਿਹੜੇ ਹੁੰਦੇ ਨਾ ਖੁਸ਼ਾਮਦੀ ਕਰਨ ਵਾਲੇ, ਸਭ ਹੱਥਾਂ ਬੰਨੇ ਟੱਪ ਜਾਂਦੇ ਹੁੰਦੇ। ਇਹਨੇ ਕਿਹਾ ਸੀ ਕਿ ਸੱਪ ਦੇ ਬੱਚੇ ਸੱਪ ਹੀ ਹੁੰਦੇ ਆ। ਸਾਹਿਬਜ਼ਾਦਿਆਂ ਵੱਲੋਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੂੰ ਇਹ ਸ਼ਬਦ ਕਹੇ, ਤੇ ਗੁਰੂ ਸਾਹਿਬ ਨੂੰ ਇਹ ਸ਼ਬਦ ਜਦੋਂ ਪਤਾ ਲੱਗੇ ਤਾਂ ਹੀ ਮਹਾਰਾਜ ਜੀ ਨੇ ਲਿਖਿਆ ਕਿ ਜਿਹੜਾ ਕੁੰਡਲੀਆ ਨਾਗ ਹੈ ਨਾ, ਮੇਰਾ ਖਾਲਸਾ ਪੁੱਤਰ, ਇਹ ਜਿਉਂਦਾ ਅਜੇ। ਮਹਾਰਾਜ ਨੇ ਸ਼ਬਦ ਪ੍ਰਵਾਨ ਲਿਆ ਸੀ। ਤੇ ਜਦੋਂ ਸਿੰਘਾਂ ਦੇ ਘਰ ਪੁੱਤਰ ਪੈਦਾ ਹੁੰਦਾ ਨਾ, ਇਸੇ ਕਰਕੇ ਉਹਨੂੰ ਮੁੰਡਾ ਨਹੀਂ ਕਹਿੰਦੇ, ਭੁਜੰਗੀ ਕਹਿੰਦੇ। ਭੁਜੰਗੀ ਦਾ ਅਰਥ ਹੁੰਦਾ ਸੱਪ। ਇਹ ਸੱਚੇ ਪਾਤਸ਼ਾਹ ਮਹਾਰਾਜ ਨੇ ਸ਼ਬਦ ਪ੍ਰਵਾਨ ਲਿਆ ਸੀਗਾ। ਤੋ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਜੀ ਜਦੋਂ ਰਾਏ ਕੱਲੇ ਦੇ ਪਾਸ ਆਏ ਹੈ, ਰਾਏ ਕੱਲੇ ਨੂੰ ਮਹਾਰਾਜ ਆਖਿਆ ਕਿ ਰਾਏ ਕੱਲਾ ਪਰਮੇਸ਼ਰ ਦਾ ਹੁਕਮ ਐਸਾ ਸੀ, ਵਾਹਿਗੁਰੂ ਦੀ ਆਗਿਆ ਐਸੀ ਸੀ, ਸਾਡੇ ਸਾਹਿਬਜ਼ਾਦੇ ਧਰਮ ਤੋਂ ਕੁਰਬਾਨ ਹੋਏ, ਉਹਨਾਂ ਨੇ ਆਪਣਾ ਆਪਾ ਵਾਰਿਆ, ਆਪਣੇ ਜੀਵਨ ਨੂੰ ਸਫਲ ਕਰ ਲਿਆ। ਮਿਟਤ ਨ ਕੋਟ ਉਪਾਵਤੇ ਨਰ ਹੋਇ ਕੈ ਨਾਰੀ। ਕਰੋੜਾਂ ਕੋਈ ਉਪਾਅ ਯਤਨ ਕਰ ਲਵੇ, ਚਾਹੇ ਕੋਈ ਪੁਰਸ਼ ਹੈ ਚਾਹੇ ਕੋਈ ਇਸਤਰੀ ਹੈ, ਵਾਹਿਗੁਰੂ ਦੀ ਆਗਿਆ ਨਹੀਂ ਕੋਈ ਮੇਟ ਸਕਦਾ। ਪਰਮੇਸ਼ਰ ਦੀ ਆਗਿਆ ਸਦਾ ਅਟਲ ਹੈ। ਮਾਨਨੀ ਸਭ ਸੀਸ ਪਰ ਸੁਰ ਅਸੁਰਨ ਕੇਰੀ। ਚਾਹੇ ਕੋਈ ਦੈਂਤ ਹੈ ਚਾਹੇ ਕੋਈ ਦੇਵਤਾ ਹੈ, ਸਾਰਿਆਂ ਨੂੰ ਵਾਹਿਗੁਰੂ ਦੀ ਆਗਿਆ ਮੰਨਣੀ ਹੀ ਪੈਂਦੀ ਹੈ। ਸਭ ਦੇ ਉੱਤੇ ਉਸ ਨਿਰੰਕਾਰ ਦਾ ਹੀ ਹੁਕਮ ਚੱਲਦਾ ਏ। ਨਰ ਬਪਰੇ ਕੀ ਕਹਾਂ ਗਤ ਜੋ ਫੇਰੈ ਹੇਰੀ। ਇਹ ਵਿਚਾਰੇ ਮਨੁੱਖਾਂ ਦੀ ਕੀ ਸ਼ਕਤੀ ਹੈ ਜੋ ਵਾਹਿਗੁਰੂ ਦੀ ਆਗਿਆ ਨੂੰ ਕੋਈ ਫੇਰ ਦੇਵੇ, ਪਰਮੇਸ਼ਰ ਦੀ ਆਗਿਆ ਵਿੱਚ ਕੋਈ ਜਿਹੜਾ ਹੈ ਵਿਘਨ ਪਾ ਸਕੇ, ਹੁਕਮ ਵਿੱਚ ਭੰਗਣਾ ਪਾ ਸਕੇ। ਇਹ ਨਰ ਮਨੁੱਖ ਵਿਚਾਰੇ ਕੀ ਹਨ, ਵਾਹਿਗੁਰੂ ਦੀ ਆਗਿਆ ਵਿੱਚ ਹੀ ਸਭ ਕੁਝ ਚੱਲਦਾ ਹੈ। ਪਰਮੇਸ਼ਰ ਦਾ ਭਾਣਾ ਮਿੱਠਾ ਕਰਕੇ ਮੰਨਣਾ ਚਾਹੀਦਾ ਹੈ। ਬਾਹਰ ਕਹਿਓ ਸ਼੍ਰੀ ਬਦਨ ਤੇ
ਸੁਨ ਕੱਲਾ ਰਾਊ। ਹਜੂਰ ਪੌਰੋ ਆਪਣੇ ਸ੍ਰੀ ਮੁਖ ਤੋਂ ਕਹਿੰਦੇ ਆ, ਰਾਏ ਕੱਲਾ ਸੁਣਨਾ ਕਰ। ਹੈ ਅਰੂੜ ਗਮਨੀ ਜੀਏ, ਕੁਛ ਚੱਲੈ ਅਗਾਊ। ਮਹਾਰਾਜ ਕਹਿੰਦੇ ਹੁਣ ਤੁਰਦਾ ਹੋਇਆ ਆਵੇਂਗਾ ਤੇ ਘੋੜੇ ਤੇ ਸਵਾਰ ਹੋ ਜਾ, ਕੁਝ ਅੱਗੇ ਆਪਾਂ ਚੱਲਣਾ ਹੈ। ਮਾਨ ਹੁਕਮ ਕੋ ਹੈ ਚੜਿਓ, ਪੁਨ ਸਤਿਗੁਰ ਪਿਆਨੇ। ਮਹਾਰਾਜ ਦਾ ਹੁਕਮ ਮੰਨ ਕੇ ਰਾਏ ਕੱਲਾ ਫਿਰ ਘੋੜੇ ਤੇ ਚੜਿਆ, ਸਤਿਗੁਰੂ ਜੀ ਦੇ ਨਾਲ ਨਾਲ ਤੁਰਿਆ ਜਾਂਦਾ ਏ। ਲੰਮੇ ਗ੍ਰਾਮ ਪੁਨ ਪਹੁੰਚ ਕੇ, ਬਚ ਰਾਏ ਬਖਾਨੇ। ਲੰਮਾ ਜੱਟਪੁਰਾ ਨਗਰ ਸਤਿਗੁਰੂ ਜੀ ਜਦੋਂ ਇੱਥੇ ਪਹੁੰਚੇ ਤੇ ਫਿਰ ਰਾਏ ਕੱਲੇ ਨੇ ਇਉਂ ਬੇਨਤੀ ਕੀਤੀ, ਉਤਰਹੁ ਕਰਹੁ ਆਰਾਮ, ਕੁਛ ਆਏ ਬਹੁ ਦੂਰੀ। ਮਹਾਰਾਜ ਜੀ ਕੁਝ ਸਮਾਂ ਇੱਥੇ ਆਪ ਉਤਾਰਾ ਕਰ ਲਓ ਗਰੀਬ ਨਵਾਜ, ਬਹੁਤ ਲੰਮਾ ਪੈਂਡਾ ਆਪ ਜੀ ਤੈਅ ਕਰਕੇ ਆਏ ਹੋ। ਮੁਝ ਪਰ ਕਰਨਾ ਕੀਜੀਐ ਹੈ, ਦ੍ਰਿਸ਼ਟੀ ਦਿਖ ਰੂਰੀ। ਮਹਾਰਾਜ ਮੇਰੇ ਤੇ ਕਿਰਪਾ ਕਰੋ, ਆਪਣੀ ਸੁੰਦਰ ਅੰਮ੍ਰਿਤ ਵਰਗੀ ਦ੍ਰਿਸ਼ਟੀ ਪਾ ਕੇ ਸੱਚੇ ਪਾਤਸ਼ਾਹ ਮੇਰੀ ਸੇਵਾ ਨੂੰ ਕਬੂਲ ਫਰਮਾਓ। ਲੰਮੇ ਗ੍ਰਾਮ ਥਿਰੀ ਜੀਐ, ਆਇਓ ਮੈਂ ਸੰਗੀ। ਸੱਚੇ ਪਾਤਸ਼ਾਹ ਇੱਥੇ ਆਪ ਜੀ ਕੁਝ ਸਮਾਂ ਰੁਕਣਾ ਕਰੋ। ਗਰੀਬ ਨਵਾਜ ਸੱਚੇ ਪਾਤਸ਼ਾਹ ਅਸੀਂ ਇੱਥੇ ਨਾਲੇ ਆਪ ਜੀ ਦੀ ਸੇਵਾ ਕਰਾਂਗੇ। ਬੈਠ ਬਿਤਾਵਹੁ ਸਮਾਂ, ਕੁਛ ਮਮ ਪੁਰਹੁ ਉਮੰਗੀ। ਮੇਰੇ ਮਨ ਦੀ ਵੀ ਆਸਾ ਹੈ ਕਿ ਮਹਾਰਾਜ ਤੁਹਾਡੀ ਸੇਵਾ ਕਰੀਏ। ਸੱਚੇ ਪਾਤਸ਼ਾਹ ਇਹ ਸਾਡੇ ਮਨ ਦੀ ਇੱਛਾ ਜਾਣ ਕਰਕੇ ਸਤਿਗੁਰੂ ਆਪ ਕੁਝ ਸਮਾਂ ਇੱਥੇ ਰੁਕ ਜਾਵੋ। ਸੁਨ ਕਰ ਬੋਲੇ ਸਤਿਗੁਰੂ, ਕੋ ਸ਼ੀਘਰ ਬਿਸਾਲਾ। ਸਤਿਗੁਰੂ ਜੀ ਸੁਣ ਕਰਕੇ ਕਹਿਣ ਲੱਗੇ, ਰਾਏ ਕੱਲਾ ਅਸੀਂ ਇੱਥੇ ਰੁਕ ਜਾਂਦੇ ਹਾਂ, ਪਰ ਉਹਨਾਂ ਚਿਰ ਜਿੰਨਾ ਚਿਰ ਸਾਡੇ ਸਾਹਿਬਜ਼ਾਦਿਆਂ ਦੀ ਖਬਰ ਨਹੀਂ ਮਿਲਦੀ। ਮਹਾਰਾਜ ਫਿਰ ਉੱਥੇ ਰੁਕ ਗਏ ਕਿ ਸਾਹਿਬਜ਼ਾਦਿਆਂ ਦੀ ਖਬਰ ਇੱਥੇ ਮੰਗਵਾਈਏ। ਗਰੀਬ ਨਵਾਜ ਸਤਿਗੁਰੂ ਜੀ ਕਹਿੰਦੇ ਆ, ਰਾਏ ਕੱਲਾ ਕੋਈ ਇਹੋ ਜਿਹਾ ਮਨੁੱਖ ਜਿਹੜਾ ਉਹ ਭੇਜੀਏ ਸਰਹੰਦ ਨੂੰ, ਕਿਉਂਕਿ ਸਤਿਗੁਰਾਂ ਜੀ ਨੇ ਉਸ ਸਮੇਂ ਆਖਿਆ ਕਿ ਸਾਨੂੰ ਖਬਰ ਮਿਲੀ ਸੀ ਕਿ ਸਾਡੇ ਸਾਹਿਬਜ਼ਾਦੇ ਗੰਗੂ ਬ੍ਰਾਹਮਣ ਨੇ ਮੋਰਿੰਡੇ ਦੇ ਹਾਕਮ ਕੋਲ ਗ੍ਰਿਫਤਾਰ ਕਰਵਾ ਦਿੱਤੇ ਸੀ। ਮੋਰਿੰਡੇ ਦਾ ਕੋਤਵਾਲ, ਉੱਥੇ ਗੁਰਦੁਆਰਾ ਕੋਤਵਾਲੀ ਸਾਹਿਬ, ਹੁਣ ਸੰਗਤਾਂ ਉੱਥੇ ਦਰਸ਼ਨ ਦੀਦਾਰ ਕਰਦੀਆਂ। ਬਹੁਤ ਲੰਮੇ ਸਮੇਂ ਬਾਅਦ ਇਸ ਸਥਾਨ ਤੇ ਮਹਾਰਾਜ ਜੀ ਦਾ ਪ੍ਰਕਾਸ਼ ਹੋਣ ਲੱਗਾ, ਪਹਿਲਾਂ ਨਹੀਂ ਸੀ ਹੁੰਦਾ। ਤੋ ਸਤ ਸੰਗਤ ਜੀ ਇੱਥੇ ਇੱਕ ਰਾਤ ਕੱਟੀ ਸੀ ਮਾਤਾ ਸਾਹਿਬ ਜੀ ਨੇ ਸਾਹਿਬਜ਼ਾਦਿਆਂ ਦੇ ਨਾਲ, ਤੇ ਫਿਰ ਅਗਲੀ ਸਵੇਰ ਮਾਤਾ ਸਾਹਿਬ ਨੂੰ ਤੇ ਸਾਹਿਬਜ਼ਾਦਿਆਂ ਨੂੰ ਜਿਹੜਾ ਸੀ ਇੱਕ ਗੱਡੇ ਵਿੱਚ ਚੜਾ ਕਰਕੇ ਕਵੀ ਰਾਜ ਨੇ ਲਿਖਿਆ ਕਿ ਉਸ ਸਹਿਜ ਦੀਆਂ ਉਹਨਾਂ ਕੋਲ ਹੱਥ ਕੜੀਆਂ ਵੀ ਨਹੀਂ ਸੀਗੀਆਂ ਤੇ ਸਾਹਿਬਜ਼ਾਦਿਆਂ ਦੇ ਹੱਥੋਂ ਹੱਥ ਕੜੀਆਂ ਵੀ ਬਾਹਰ ਆਉਂਦੀਆਂ ਸੀ। ਤੇ ਜਿਸ ਗੱਡੇ ਉੱਤੇ ਮਾਤਾ ਸਾਹਿਬ ਜੀ ਨੂੰ ਚੜਾਇਆ ਗਿਆ, ਸਾਹਿਬਜ਼ਾਦਿਆਂ ਨੂੰ ਚੜਾਇਆ ਗਿਆ, ਜਦੋਂ ਗੱਡਾ ਤੁਰਿਆ ਨਾ ਸਰਹੰਦ ਨੂੰ, ਤੇ ਇਹ ਮੁਗਲਾਂ ਦਾ ਕਾਫਲਾ, ਸਿਪਾਹੀ ਇਰਦ ਗਿਰਦ ਅੱਗੇ ਅੱਗੇ ਘੋੜਿਆਂ ਦੇ ਉੱਤੇ ਸਵਾਰ ਨੇ, ਕੁਝ ਸੂਰਮੇ ਤੁਰਕਾਂ ਦੇ। ਨਗਰਾਂ ਦੇ ਲੋਕ ਬਾਹਰ ਨਿਕਲ ਕੇ ਆ ਕੇ ਵੇਖਣ ਲੱਗ ਪਏ। ਜਿਸ ਰਸਤੇ ਤੋਂ ਇਹਨਾਂ ਦਾ ਕਾਫਲਾ ਲੰਘ ਰਿਹਾ ਸੀ ਤੇ ਨਗਰਾਂ ਦੇ ਲੋਕ ਵੇਖ ਰਹੇ ਸੀ, ਗੁਰੂ ਦੇਵ ਦੇ ਮਾਤਾ ਸ਼੍ਰੀ ਮਾਤਾ ਗੁਜਰ ਕੌਰ ਜੀ ਮਹਾਰਾਜ ਦੇ ਸਾਹਿਬਜ਼ਾਦੇ, ਕਿਉਂਕਿ ਸੰਗਤਾਂ ਅਨੰਦਪੁਰ ਸਾਹਿਬ ਜਾਇਆ ਕਰਦੀਆਂ, ਮਹਾਰਾਜ ਦੇ ਉੱਥੇ ਦਰਸ਼ਨ ਕਰਿਆ ਕਰਦੀਆਂ। ਹਜ਼ੂਰ ਦੇ ਸਾਹਿਬਜ਼ਾਦੇ ਐਂ ਜਿਨ੍ਹਾਂ ਨੇ ਰਾਜਕੁਮਾਰਾਂ ਵਾਂਗ ਆਪਣਾ ਜੀਵਨ ਬਤੀਤ ਕੀਤਾ, ਅੱਜ ਗੱਡੇ ਦੇ ਉੱਤੇ ਅਸਵਾਰ ਨੇ ਗ੍ਰਿਫਤਾਰ ਕੀਤਿਆ ਹੋਇਆ। ਚਾਰ ਸਫੇਰੇ ਘੇਰਾ ਕੱਤੀਏ ਕਾਫਲਾ ਤੁਰਿਆ ਜਾਂਦਾ ਹੈ। ਕੋਈ ਮੁਗਲ ਸਾਮਰਾਜ ਨੂੰ ਬੁਰੇ ਬਚਨ ਕਹਿੰਦਾ ਹੈ, ਕੋਈ ਸਤਿਗੁਰੂ ਜੀ ਦੇ ਸਾਹਿਬਜ਼ਾਦਿਆਂ ਦੇ ਚਿਹਰਿਆਂ ਵੱਲ ਵੇਖ ਕਰਕੇ ਗੱਲਾਂ ਕਰਦਾ ਵੀ ਕਿਹੋ ਜਿਹੇ ਖਿੜੇ ਹੋਏ ਮਸਤਕ ਨੇ। ਥੋੜਾ ਮਾਤਰ ਵੀ ਮਨ ਦੇ ਅੰਦਰ ਕੋਈ ਝੋਰਾ ਨਹੀਂ, ਕੋਈ ਚਿਹਰੇ ਤੇ ਘਬਰਾਹਟ ਨਹੀਂ, ਐਨ ਖਿੜੇ ਨੇ ਚਿਹਰੇ, ਜਿਵੇਂ ਮਸਤਕ ਲਾਲੀ ਸਾਹਿਬ ਦਗਦੇ ਆ। ਵੇਖ ਵੇਖ ਕਰਕੇ ਲੋਕ ਹੈਰਾਨ ਹੁੰਦੇ ਆ। ਜਿਹੜਾ ਬਾਹਰ-ਬਾਹਰ ਜਦੋਂ ਇੱਧਰ ਨੂੰ ਮੋਰਿੰਡੇ ਵੱਲ ਨੂੰ ਆਈਏ ਨਾ, ਫਤਿਹਗੜ੍ਹ ਸਾਹਿਬ ਤੋਂ ਸਰਹੰਦ ਤੋਂ,
ਤਾਂ ਇੱਕ ਪੁਲ ਹੈ ਤੇ ਪੁਲ ਦੇ ਨਾਲ ਇੱਕ ਪਿੱਪਲ ਦਾ ਰੁੱਖ ਹੈ। ਹੁਣ ਦਾ ਪਤਾ ਨਹੀਂ, ਅਸੀਂ ਵੇਖਿਆ ਬਚਪਨ ਵਿੱਚ। ਇੱਥੇ ਆ ਕਰਕੇ ਉਹ ਰੱਥ ਰੁਕਿਆ ਸੀ ਤੇ ਇੱਕ ਵਾਰ ਫਿਰ ਲੋਕ ਇਕੱਠੇ ਹੋਏ ਸੀ ਸਰਹੰਦ ਦੇ ਵੇਖਣ ਵਾਸਤੇ ਕਿ ਮਾਤਾ ਸਾਹਿਬ ਜੀ ਨੂੰ ਗ੍ਰਿਫਤਾਰ ਕਰ ਲਿਆ ਫੌਜ ਨੇ, ਮਹਾਰਾਜ ਦੇ ਸਾਹਿਬਜ਼ਾਦਿਆਂ ਨੂੰ ਗ੍ਰਿਫਤਾਰ ਕਰ ਲਿਆ ਫੌਜ ਨੇ। ਇਸ ਤਰ੍ਹਾਂ ਸਾਹਿਬਜ਼ਾਦਿਆਂ ਦੀ ਫਿਰ ਖਬਰ ਵਜੀਦੇ ਨੂੰ ਪਹੁੰਚਾਉਣੀ। ਇਹ ਖਬਰਾਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੂੰ ਪੁੱਜੀਆਂ ਸੀਗੀਆਂ ਕਿ ਮਹਾਰਾਜ ਆਪ ਦੇ ਸਾਹਿਬਜ਼ਾਦੇ ਮੋਰਿੰਡੇ ਦੇ ਕੋਤਵਾਲ ਨੇ ਸਰਹੰਦ ਦੇ ਸੂਬੇਦਾਰ ਦੇ ਪਾਸ ਸਰਹੰਦ ਵਿੱਚ ਭੇਜ ਦਿੱਤੇ ਸੀਗੇ। ਮਹਾਰਾਜ ਸੱਚੇ ਪਾਤਸ਼ਾਹ ਜੀ ਇੱਛਾ ਕੀਤੀ ਕਿ ਸਰਹੰਦ ਤੋਂ ਕੋਈ ਖਬਰ ਨਹੀਂ ਆਈ। ਗਰੀਬ ਨਵਾਜ ਸਤਿਗੁਰੂ ਜੀ ਨੂੰ ਰਾਏ ਇਕੱਲੇ ਆਖਿਆ, ਮਹਾਰਾਜ ਆਪ ਕੁਝ ਸਮਾਂ ਰੁਕ ਜਾਓ, ਸਤਿਗੁਰੂ ਅਸੀਂ ਇੱਥੇ ਆਪ ਜੀ ਦੀ ਸੇਵਾ ਕਰਾਂਗੇ, ਨਾਲੇ ਵੇਖੋ ਮੇਰੇ ਕੋਲ ਕਿੰਨੀ ਫੌਜ ਹੈ ਸਿਪਾਹੀਆਂ ਦੀ, ਇਹ ਤੁਹਾਡੀ ਤਾਬਿਆ ਰਹੇਗੀ ਸੱਚੇ ਪਾਤਸ਼ਾਹ। ਆਪ ਸਾਨੂੰ ਮਹਾਰਾਜ ਸੇਵਾ ਦਾ ਮੌਕਾ ਦਿਓ। ਹਜੂਰ ਬੇਨਤੀ ਮੰਨ ਕੇ ਜਿਵੇਂ ਰੁਕਦੇ ਹਨ। ਸੁਧ ਕੋ ਲਿਆਏ ਸਰਹੰਦ ਤੇ ਮਗ ਜਾਏ ਉਤਾਲਾ। ਮਹਾਰਾਜ ਕਹਿੰਦੇ ਕੋਈ ਐਸਾ ਹੋਵੇ ਤੇਰਾ ਰਾਏ ਕੱਲਾ, ਕੋਈ ਨੌਕਰ, ਕੋਈ ਤੇਰਾ ਸਿਪਾਹੀ, ਤੇ ਬੜੀ ਛੇਤੀ ਜਾਵੇ ਸਰਹੰਦ ਤੇ ਸਰਹੰਦ ਤੋਂ ਖਬਰ ਲੈ ਕਰਕੇ ਆਵੇ ਕਿ ਸਾਡੇ ਮਾਤਾ ਜੀ ਇਸ ਸਮੇਂ ਕਿਸ ਹਾਲ ਵਿੱਚ ਹੈ, ਸਾਡੇ ਸਾਹਿਬਜ਼ਾਦਿਆਂ ਦਾ ਕੀ ਹਾਲ ਹੈ। ਤਬ ਲਗ ਥਿਰ ਇਸ ਥਲ ਰਹੈ ਪੁਨ ਜਾਏ ਅਗਾਊ। ਤਦੋਂ ਤੱਕ ਅਸੀਂ ਇਸ ਥਾਂ ਦੇ ਉੱਤੇ ਟਿਕੇ ਰਹਾਂਗੇ, ਫਿਰ ਆਪਾਂ ਅੱਗੇ ਨੂੰ ਜਾਵਾਂਗੇ। ਇਹ ਸਤਿਗੁਰੂ ਜੀ ਨੇ ਬਚਨ ਕਹੇ। ਸਤ ਸੰਗਤ ਜੀ, ਉਦੋਂ ਤੱਕ ਸਾਹਿਬਜ਼ਾਦੇ ਸ਼ਹੀਦ ਹੋ ਚੁੱਕੇ ਹੈ ਜਦੋਂ ਸਤਿਗੁਰੂ ਜੀ ਰਾਏ ਇਕੱਲੇ ਕੋਲ ਪਹੁੰਚੇ ਹੈ। ਪਰ ਉਹ ਸਮਾਂ ਇਸ ਤਰ੍ਹਾਂ ਦਾ ਹੈ ਕਿ ਮਹਾਰਾਜ ਅੰਤਰਾਤਮੇ ਤਾਂ ਸਭ ਕੁਝ ਜਾਣਦੇ ਸਤਿਗੁਰੂ, ਇਤਿਹਾਸ ਵਿੱਚ ਤੁਹਾਨੂੰ ਪਤਾ ਲੱਗ ਹੀ ਜਾਣਾ ਅੱਗੇ। ਪਰ ਗਰੀਬ ਨਵਾਜ ਦੇ ਚੋਜ ਨੇ, ਸਤਿਗੁਰੂ ਕਹਿੰਦੇ ਜਿੰਨਾ ਚਿਰ ਖਬਰ ਨਹੀਂ ਆਉਂਦੀ ਉਹਨਾਂ ਚਿਰ ਰਾਏ ਇਕੱਲਾ ਆਪਾਂ ਇੱਥੇ ਤੇਰੇ ਕੋਲ ਰੁਕ ਜਾਂਦੇ ਹਾਂ। ਮਾਤਾ ਗੁਜਰੀ ਉਤ ਗਈ ਮਗ ਪਾਏ ਨ ਕਾਊ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਜਦੋਂ ਸਾਨੂੰ ਖਬਰ ਮਿਲੀ ਸੀ ਕਿ ਸਾਡੇ ਸਾਹਿਬਜ਼ਾਦੇ ਤੇ ਮਾਤਾ ਜੀ ਰਾਹ ਭਟਕ ਚੁੱਕੇ ਸਨ ਤੇ ਖੇੜੀ ਦਾ ਬ੍ਰਾਹਮਣ ਜਿਹੜਾ ਸੀ ਗੰਗੂ, ਇਹ ਸਾਧ ਸੰਗਤ ਜੀ ਇਤਿਹਾਸਕਾਰਾਂ ਨੇ ਇਹਨੂੰ ਰਸੋਈਆ ਲਿਖ ਦਿੱਤਾ ਹੈ, ਪਰ ਇਹ ਮਹਾਰਾਜ ਦਾ ਰਸੋਈਆ ਨਹੀਂ ਸੀਗਾ। ਗੁਰੂ ਸਾਹਿਬ ਦਾ ਰਸੋਈਆ ਇਹੋ ਜਿਹਾ ਨੀਚ ਕਿਵੇਂ ਹੋ ਸਕਦਾ ਹੈ। ਮਹਾਂਪੁਰਖਾਂ ਨੇ ਵਿਸ਼ੇਸ਼ ਕਰਕੇ ਇਹਦੇ ਉੱਤੇ ਜਿਹੜਾ ਹੈ ਟਿੱਪਣੀ ਕੀਤੀ ਹੈ ਕਿ ਇਹਦਾ ਗੁਰੂ ਘਰ ਆਉਣ ਜਾਣ ਸੀ ਤੇ ਇਹ ਉੱਥੇ ਵਸਤੂਆਂ ਆਦਿਕ ਆ ਕਰਕੇ ਵੇਚਿਆ ਕਰਦਾ ਸੀਗਾ ਤੇ ਇਹਦੀ ਜਾਣ ਪਛਾਣ ਸੀਗੀ ਮਾਤਾ ਜੀ ਨਾਲ, ਕਿਉਂਕਿ ਸੁੱਕੀਆਂ ਰਸਤਾਂ ਲੈ ਕੇ ਆਉਂਦਾ ਸੀ ਤੇ ਉਹ ਵੇਚ ਕੇ ਵਪਾਰੀ ਸੀਗਾ ਇਹ, ਤੇ ਆਪਣਾ ਗੁਜ਼ਾਰਾ ਕਰਦਾ ਸੀਗਾ। ਗੁਰੂ ਘਰ ਚੋਂ ਲੰਗਰ ਪਾਉਂਦਾ ਸੀ ਤੇ ਉਸ ਸਮੇਂ ਤਾਂ ਸਾਧ ਸੰਗਤ ਜੀ ਕਿਸੇ ਦਾ ਵੀ ਕੋਈ ਜਦੋਂ ਨਾ ਮਾਤਾ ਜੀ ਨੇ, ਜੇ ਸੰਸਾਰੀ ਪੱਧਰ ਤੇ ਆਪਾਂ ਸੋਚੀਏ ਤਾਂ ਇਹ ਵੀ ਨਹੀਂ ਪਤਾ ਕਿ ਅੱਗੇ ਟਿਕਾਣਾ ਕਿੱਥੇ ਕਰਨਾ, ਜਾਣਾ ਕਿੱਧਰ ਨੂੰ ਹੈ, ਨਾ ਕੋਈ ਰਾਹ ਪਤਾ ਹੈ। ਮਾਤਾ ਸਾਹਿਬ ਤਾਂ ਰੋਪੜ ਵਾਲੀ ਬਾਹੀ ਨੂੰ ਤੁਰਨ ਲੱਗੇ, ਇਸ ਦੇ ਮਨ ਵਿੱਚ ਪਹਿਲਾਂ ਹੀ ਖੋਟ ਸੀਗੀ। ਇਹ ਕੋਈ ਜਿਹੜਾ ਸੇਵਾ ਮੁੱਢ ਤੋਂ ਵੀ ਸੇਵਾ ਕਰਨ ਵਾਸਤੇ ਨਹੀਂ ਲੈ ਕੇ ਆਇਆ ਕਿ ਇਹਦਾ ਮਨ ਮੌਕੇ ਤੇ ਮਨ ਬਦਲਿਆ, ਨਹੀਂ, ਪਹਿਲੋਂ ਹੀ ਇਹਦੇ ਮਨ ਵਿੱਚ ਚੋਰ ਸੀਗਾ ਤੇ ਮਨ ਦਾ ਪਾਪੀ ਸੀਗਾ। ਜਦੋਂ ਇਹਨੇ ਮਾਤਾ ਜੀ ਪਾਸ ਵੇਖ ਲਿਆ ਸੀ ਧਨ, ਤਾਂ ਉਦੋਂ ਹੀ ਕੁੰਮੇ ਮਾਸ਼ਕੀ ਕੋਲੋਂ ਇਹ ਕਹਿ ਕੇ ਲੈ ਤੁਰਿਆ ਕਿ ਮੈਂ ਇਹਨਾਂ ਨੂੰ ਗੁਰੂ ਸਾਹਿਬ ਦੇ ਕੋਲ ਪਹੁੰਚਾ ਦਿਆਂਗਾ। ਮਾਤਾ ਸਾਹਿਬ ਨੇ ਵੀ ਯਕੀਨ ਕਰ ਲਿਆ ਵੀ ਗੁਰੂ ਘਰ ਆਉਣ ਜਾਣ ਵਾਲਾ ਹੈ। ਉੱਥੇ ਆਉਂਦਾ ਸੀ ਅਨੰਦਪੁਰ ਸਾਹਿਬ ਤੇ ਮਾਤਾ ਜੀ ਇਹਦੇ ਨਾਲ ਜਦੋਂ ਹੋ ਤੁਰੇ, ਫਿਰ ਇਸੇ ਨੇ ਹੀ ਦਰਿਆ ਪਾਰ ਕਰਵਾਇਆ। ਤੇ ਜਦੋਂ ਇਤਿਹਾਸ ਦੇ ਕਈ ਪੰਨੇ ਅਜੇ ਵੀ ਲਿਖੇ ਨਹੀਂ ਗਏ, ਇਹ ਆਪਣੇ ਪਿੰਡ ਸਿੱਧਾ ਨਹੀਂ ਲੈ ਕੇ ਗਿਆ, ਮਾਤਾ ਸਾਹਿਬ ਤੇ ਸਾਹਿਬਜ਼ਾਦਿਆਂ ਨੂੰ ਇੱਧਰ ਉੱਧਰ ਲਈ ਫਿਰਦਾ ਰਿਹਾ। ਫਿਰ ਇਹਨੇ ਇੱਕ ਰਾਤ ਆਪਣੇ ਪਿੰਡੋਂ ਬਾਹਰ ਛੰਭ ਵਿੱਚ ਮਾਤਾ ਸਾਹਿਬ ਤੇ ਸਾਹਿਬਜ਼ਾਦਿਆਂ ਨੂੰ ਮਜਬੂਰੀ ਦੇ ਸਹਿਤ ਬਤੀਤ ਕਰਨ ਲਈ ਉੱਥੇ ਰੱਖਿਆ। ਤੇ ਸਾਧ ਸੰਗਤ ਜੀ, ਚਾਹੇ ਉੱਥੇ ਅਸਥਾਨ ਵੀ ਨਹੀਂ ਅਜੇ ਤੱਕ ਬਣੇ, ਪਰ ਉਹਨਾਂ ਥਾਵਾਂ ਤੇ ਅੱਜ ਵੀ ਜ਼ਾਹਰੀ ਕਲਾ ਵਰਤਦੀ ਹੈ, ਸ਼ਕਤੀ ਵਰਤਦੀ ਹੈ। ਤੇ ਜਦੋਂ ਆਪਣੇ ਘਰ ਲੈ ਕੇ ਗਿਆ ਸੀਗਾ
ਤੇ ਇਸੇ ਮੰਤਵ ਦੇ ਨਾਲ ਕਿ ਇਹਨਾਂ ਨੂੰ ਮੈਂ ਮਾਰ ਦਿਆਂਗਾ ਤੇ ਇਹਨਾਂ ਦਾ ਧਨ ਆਪਣੇ ਕਬਜ਼ੇ ਕਰ ਲਵਾਂਗਾ। ਇਸ ਦੀ ਘਰਵਾਲੀ ਤੇ ਇਸ ਦੀ ਮਾਂ ਨੇ ਇਹ ਪਾਪ ਕਰਨ ਤੋਂ ਫਿਰ ਕਿਹਾ ਅਸੀਂ ਨਹੀਂ ਇਹ ਪਾਪ ਕਰ ਸਕਦੇ, ਕਿਉਂਕਿ ਉਹ ਦੁੱਧ ਵਿੱਚ ਜ਼ਹਿਰ ਮਿਲਾ ਕੇ ਦੇਣ ਲੱਗਾ ਸੀਗਾ। ਤੇ ਇਹਦੀ ਘਰਵਾਲੀ ਤੇ ਇਹਦੀ ਮਾਂ ਨੇ ਇਨਕਾਰ ਕਰ ਦਿੱਤਾ ਵੀ ਅਸੀਂ ਇਹ ਪਾਪ ਨਹੀਂ ਕਰ ਸਕਦੇ। ਇਹਨ ਫਿਰ ਉਹ ਮਾਇਆ ਦੀ ਖੁਰਜੀ ਚਰਾਉਣੀ ਤੇ ਫਿਰ ਮਾਤਾ ਜੀ ਦੇ ਪੁੱਛਣ ਤੋਂ ਰੌਲਾ ਪਾਉਣਾ ਤੇ ਹਾਕਮਾਂ ਪਾਸ ਜਾ ਕੇ ਸ਼ਿਕਾਇਤ ਕਰ ਦੇਣੀ। ਇਹੋ ਜਿਹਾ ਇਸਨੇ ਗੁਰੂ ਘਰ ਦੇ ਨਾਲ ਧਰੋਹ ਕਮਾਇਆ। ਤੋ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਤਾਂ ਸਾਰੀ ਖਬਰ ਹੈ। ਇਸ ਗੰਗੂ ਪਾਪੀ ਨੇ ਬਹੁਤ ਭਾਰੀ ਇਹ ਗੁਰੂ ਘਰ ਦੇ ਨਾਲ ਧਰੋਹ ਕੀਤਾ। ਮਾਤਾ ਜੀ ਨੂੰ ਮਰਿੰਡੇ ਦੇ ਹਾਕਮ ਦੇ ਪਾਸ ਕੈਦ ਕਰਵਾਇਆ। ਕਹਿ ਕੱਲਾ ਸ਼੍ਰੀ ਪ੍ਰਭ ਸੁਨਹੁ 10 ਜੋਜਨ ਜਾਨਹੁ। ਰਾਏ ਕੱਲਾ ਕਹਿਣ ਲੱਗਾ ਮਹਾਰਾਜ ਇੱਥੋਂ ਸਰਹੰਦ 10 ਜੋਜਨ ਦਾ ਰਾਹ ਹੈ। ਮਹਾਰਾਜ ਜੀ ਨੂੰ ਦੱਸਦਾ ਵੀ ਇੰਨਾ ਦੂਰ ਹੈ ਇੱਥੋਂ ਸਰਹੰਦ। ਪੁਰ ਸਰਹੰਦ ਇਸ ਥਾਨ ਤੇ ਸਭ ਕਰੋਂ ਬਖਾਨਾ ਹੋ। ਮਹਾਰਾਜ ਮੈਂ ਤੁਹਾਡੇ ਤਾਈਂ ਸਾਰਾ ਭੇਦ ਦੱਸਦਾ, ਇੰਨੀ ਦੂਰੀ ਤੇ ਪੈਂਦਾ ਹੈ ਸਰਹੰਦ ਨਗਰ ਇੱਥੋਂ। ਬਨਹਿ ਨ ਜਾਣ ਸੌਰ ਕੋ ਲਖ ਤੁਰਕ ਪਛਾਨੈ। ਮਹਾਰਾਜ ਮੈਂ ਕੋਈ ਆਪਣਾ ਸਿਪਾਹੀ ਭੇਜਿਆ ਤਾਂ ਫਿਰ ਠੀਕ ਨਹੀਂ, ਕਿਉਂਕਿ ਸਿਪਾਹੀਆਂ ਨੂੰ ਤੇ ਪਛਾਣ ਲੈਣਾ, ਤੁਰਕ ਪਛਾਣਦੇ ਮੇਰੀ ਫੌਜ ਨੂੰ, ਉਹਨੂੰ ਪਛਾਣ ਲੈਣਗੇ। ਇੱਕ ਮਾਹੀ ਹਮਰੇ ਰਹੈ ਸੋ ਇਤੋ ਭਿਆਨੈ। ਮਹਾਰਾਜ ਇੱਕ ਨੂਰਾ ਮਾਹੀ ਰਹਿੰਦਾ, ਮੇਰੇ ਨੌਕਰ ਹੈ, ਮੱਝੀਆਂ ਚਾਰਦਾ ਤੇ ਮਹਾਰਾਜ ਉਹ ਇੰਨਾ ਤੁਰਨ ਚ ਵੀ ਕਾਫੀ ਮਾਹਰ ਹੈ, ਉਹ ਕਾਫੀ ਰਸਤਾ ਪੈਂਡਾ ਤੈਅ ਕਰ ਲੈਂਦਾ ਤੇ ਉਸ ਨੂੰ ਮਹਾਰਾਜ ਭੇਜ ਦਿੰਦੇ। ਹਾਂ ਹੁਕਮ ਕਰਹੁ ਭੇਜੈ ਤਿਸੈ 10 ਜੋਜਨ ਜਾਵੈ। ਆਪ ਜੀ ਹੁਕਮ ਕਰੋ ਮਹਾਰਾਜ ਉਸ ਨੂੰ ਭੇਜੀਏ ਤੇ 10 ਜੋਜਨ ਦਾ ਰਸਤਾ ਉਹ ਨੂਰਾ ਮਾਹੀ ਜਾਵੇਗਾ। ਦਿਵਸ ਦੂਸਰੇ ਤਿਤਕ ਚਲ ਸੁਧ ਆਨ ਸੁਨਾਵੈ। ਤੇ ਦੂਸਰੇ ਦਿਨ ਫਿਰ ਓਨਾ ਹੀ ਪੈਂਡਾ ਤੈਅ ਕਰਕੇ ਅਗਲੇ ਦਿਨ ਸ਼ਾਮ ਨੂੰ ਇੱਥੇ ਆ ਕੇ ਖਬਰ ਦੱਸ ਦੇਵੇਗਾ ਸਾਰੀ। ਪਠਹੁ ਤਿਸੈ ਸ੍ਰੀ ਗੁਰ ਕਹਿਓ ਸੋ ਸ਼ੀਘਰ ਭਿਆਨੈ। ਮਹਾਰਾਜ ਜੀ ਨੇ ਕਿਹਾ ਵੀ ਰਾਏ ਕੱਲਾ ਭੇਜ ਉਹਨੂੰ ਫਿਰ। ਤੇ ਨੂਰੇ ਮਾਹੀ ਨੂੰ ਪਤਾ ਲੱਗਿਆ, ਇਹਨੇ ਸਤਿਗੁਰਾਂ ਦੇ ਚਰਨ ਪਰਸੇ। ਗਰੀਬ ਨਵਾਜ ਸਤਿਗੁਰਾਂ ਜੀ ਨੂੰ ਆਖਿਆ ਮਹਾਰਾਜ ਮੇਰੀ ਭੈਣ ਵੀ ਨੂਰੀ ਉੱਥੇ ਵਿਆਹੀ ਹੋਈ ਹੈ, ਮੈਂ ਜਾਵਾਂਗਾ, ਕਿਸੇ ਨੂੰ ਸ਼ੱਕ ਵੀ ਨਹੀਂ ਪੈਣਾ। ਮਹਾਰਾਜ ਸੱਚੇ ਪਾਤਸ਼ਾਹ ਮੈਂ ਸਾਰੀ ਖਬਰ ਲਿਆ ਕੇ ਦੱਸਾਂਗਾ। ਇਉਂ ਹਜੂਰ ਨੇ ਆਗਿਆ ਕੀਤੀ ਵੀ ਭੇਜ ਦਿਓ ਉਸ ਨੂਰੇ ਮਾਹੀ ਨੂੰ। ਸੁਧ ਲੈ ਕਰ ਪੁਰ ਬੀਚ ਤੇ ਪਹੁੰਚੈ ਇਸ ਥਾਨੈ। ਲੈ ਕਰਕੇ ਖਬਰ ਸਰਹੰਦ ਤੋਂ ਤੇ ਬੜੀ ਜਲਦੀ ਨਾਲ ਇੱਥੇ ਪਹੁੰਚਣਾ ਕਰੇ। ਇਮ ਕਹਿ ਕੇ ਸ਼੍ਰੀ ਬਦਨ ਤੇ ਉਤਰਾਏ ਪਰਯੰਕਾ। ਇਸ ਤਰ੍ਹਾਂ ਸਤਿਗੁਰੂ ਜੀ ਮਹਾਰਾਜ ਗਰੀਬ ਨਵਾਜ ਆਪਣੇ ਸ਼੍ਰੀ ਕੰਠ ਤੋਂ ਆਖਿਆ ਤੇ ਮਹਾਰਾਜ ਜੀ ਉਤਰ ਪਏ। ਗਰੀਬ ਨਵਾਜ ਡੇਰਾ ਕਰ ਲਿਆ। ਫਿਰੇ ਤਿਸੀ ਥਲ ਮਹਿ ਤਬੈ ਗੁਰਹੀਨ ਅਤੰਕਾ। ਜਿਨ੍ਹਾਂ ਨੂੰ ਕਿਸੇ ਦਾ ਕੋਈ ਖੌਫ ਨਹੀਂ, ਡਰ ਨਹੀਂ, ਸੱਚੇ ਪਾਤਸ਼ਾਹ ਮਹਾਰਾਜ ਉੱਥੇ ਰੁਕ ਗਏ ਰਾਏ ਕੱਲੇ ਦੀ ਬੇਨਤੀ ਮੰਨ ਕਰਕੇ। ਪਠਿਓ ਹਕਾਰ ਸੁਮਾਹਖੀ ਚੱਲ ਸ਼ੀਘਰ ਸਿਖਾਇਓ। ਮਹਾਰਾਜ ਸਾਹਿਬ ਜੀ ਨੇ ਜਦੋਂ ਤੁਰਨ ਲੱਗਾ ਨੂਰਾ ਮਾਹੀ ਤਾਂ ਗਰੀਬ ਨਵਾਜ ਸੱਚੇ ਪਾਤਸ਼ਾਹ ਨੇ ਆਸ਼ੀਰਵਾਦ ਦਿੱਤੀ, ਬਖਸ਼ਿਸ਼ ਕੀਤੀ। ਮਹਾਰਾਜ ਕਹਿੰਦੇ ਕਾਹਲੀ ਨਾਲ ਤੁਰੀ, ਥਕੇਵਾ ਨਹੀਂ ਹੋਊਗਾ, ਕੋਈ ਕਿਸੇ ਪ੍ਰਕਾਰ ਤੇਰਾ ਸਰੀਰ ਥੱਕੇਗਾ ਨਹੀਂ, ਬੜੀ ਛੇਤੀ ਨਾਲ ਪਹੁੰਚਣਾ ਕਰੀ। ਬਖਸ਼ ਹੈ ਧਨ ਬਿਨ ਬਿਲਮ ਜੇ ਪਹੁੰਚੈ ਮਗ ਧਾਇਓ। ਮਹਾਰਾਜ ਕਹਿੰਦੇ ਜੇ ਛੇਤੀ ਮੁੜ ਕੇ ਆਵੇਂਗਾ ਤੈਨੂੰ ਬਖਸ਼ਿਸ਼ ਕਰਾਂਗੇ। ਗਰੀਬ ਨਵਾਜ ਸਤਿਗੁਰੂ ਕਹਿੰਦੇ ਸਾਡੀ ਖੁਸ਼ੀ ਹੋਊਗੀ। ਇਉਂ ਮਹਾਰਾਜ ਸਾਹਿਬ ਜੀ ਨੇ ਬਚਨ ਕਹੇ ਹਨ। ਹੁਤੋ ਸਮਾ ਤਬ ਪ੍ਰਾਤ ਕੋ ਗਬਨਿਓ ਜਬ ਮਾਹੀ। ਵੱਡਾ ਅੰਮ੍ਰਿਤ ਵੇਲਾ ਸੀ ਜਦੋਂ ਨੂਰਾ ਮਾਹੀ ਇੱਥੋਂ ਸਤਿਗੁਰੂ ਜੀ ਤੋਂ ਆਗਿਆ ਲੈ ਕਰਕੇ ਤੁਰਿਆ। ਬਾਇਓ ਬੇਗ ਤੇ ਸ਼ੀਘਰ ਚਲ ਧਾਇਓ ਮਗ ਮਾਹੀ। ਵਾਯੂ ਵੇਗ, ਹਵਾ ਦੇ ਵੇਗ ਨਾਲ ਨੂਰਾ ਮਾਹੀ ਤੁਰਿਆ। ਜਦੋਂ ਨੂਰਾ ਮਾਹੀ ਕਦਮ ਪੁੱਟਦਾ, ਸਪੀਕਰ ਕੱਲ ਨੂੰ ਸੈੱਟ ਕਰੇ, ਥੋੜੇ ਚੀਕ ਮਾਰਦੇ। ਹੁਣ ਆਪਾਂ ਸਮਾਪਤੀ ਕਰਨ ਲੱਗੇ ਆ, ਸਮਾਂ ਹੋ ਗਿਆ। ਨੂਰਾ ਮਾਹੀ ਜਦੋਂ ਤੁਰਦਾ ਨਾ, ਉਹਨੂੰ ਇਉਂ ਲੱਗਦਾ ਜਿਵੇਂ ਕੋਈ ਸ਼ਕਤੀ ਮੈਨੂੰ ਹਵਾਈ ਉਡਾਈ ਜਾਂਦੀ ਹੈ।
ਇੰਨੀ ਕਾਹਲੀ ਨਾਲ ਹੈਰਾਨ ਹੈ ਵੀ ਕਦਮ ਕਿਵੇਂ ਪੁੱਟਿਆ ਜਾ ਰਿਹਾ ਹੈ। ਜਿਵੇਂ ਉਡਣ ਖਟੋਲੇ ਤੇ ਕੋਈ ਬੈਠਾ ਹੁੰਦਾ, ਐ ਨੂਰਾ ਮਾਹੀ ਰਸਤੇ ਤੇ ਬਿਨਾਂ ਪ੍ਰਯਤਨ ਹੀ ਤੁਰਿਆ ਜਾਂਦਾ। ਮਨ ਵਿੱਚ ਹੈਰਾਨ ਹੁੰਦਾ ਹੈ ਕਿ ਇੰਨੀ ਜਲਦੀ ਮੈਂ ਕਿਵੇਂ ਤੁਰ ਰਿਹਾ ਹਾਂ। ਇਉਂ ਨੂਰਾ ਮਾਹੀ ਅਸਚਰਜੀ ਕਲਾ ਵਰਤ ਰਹੀ ਹੈ। ਬੜੀ ਜਲਦੀ ਨਾਲ ਰਾਹ ਦੇ ਉੱਤੇ ਤੁਰਦਾ ਹੋਇਆ ਜਦੋਂ ਸਰਹੰਦ ਨੂੰ ਜਾ ਰਿਹਾ ਹੈ, ਸੱਚੇ ਪਾਤਸ਼ਾਹ ਮਹਾਰਾਜ ਪਿੱਛੋਂ ਰਾਏ ਕੱਲੇ ਨਾਲ ਗੱਲਾਂ ਬਾਤਾਂ ਕਰਦੇ ਆ। ਹਜੂਰ ਕੀ ਪੁੱਛਦੇ ਆ? ਬਾਰ-ਬਾਰ ਨੂਰੇ ਮਾਹੀ ਦੀਆਂ ਗੱਲਾਂ ਸਤਿਗੁਰੂ ਜੀ ਜਦੋਂ ਕਰਨਗੇ, ਕਿਵੇਂ ਨੂਰਾ ਮਾਹੀ ਇੱਕ ਦਿਨ 'ਚ ਹੀ ਪਰਤਦਾ। ਰਾਏ ਕੱਲੇ ਨੇ ਕੀ ਕਿਹਾ ਸੀ ਕਿ ਮਹਾਰਾਜ ਇੱਕ ਦਿਨ ਜਾਣ ਨੂੰ ਲੱਗ ਜਾਣ ਤੇ ਅਗਲਾ ਦਿਨ ਪੂਰਾ ਫਿਰ ਤੁਰੂਗਾ ਤੇ ਕੱਲ੍ਹ ਸ਼ਾਮ ਨੂੰ ਵਾਪਸ ਆ ਜਾਏਗਾ। ਤੇ ਗੁਰੂਦੇਵ ਦੀ ਕਿਰਪਾ ਨਾਲ ਕਿਵੇਂ ਨੂਰਾ ਮਾਹੀ ਉਸੇ ਦਿਨ ਹੀ ਸ਼ਾਮ ਨੂੰ ਆਉਂਦਾ ਸਾਰੀ ਖਬਰ ਲੈ ਕੇ। ਇਹ ਮਹਾਰਾਜ ਦੀ ਅਸਚਰਜ ਕਲਾ ਇਤਿਹਾਸ ਦੀ ਜ਼ੁਬਾਨੀ ਆਪਾਂ ਸਰਵਣ ਕਰਾਂਗੇ। ਸੱਚੇ ਪਾਤਸ਼ਾਹ ਮਹਾਰਾਜ ਦੀ ਇਹ ਲਾਸਾਨੀ ਕੁਰਬਾਨੀ ਨੂੰ ਚੇਤੇ ਕਰਦੇ ਹਾਂ। ਆਪ ਜੀ ਸਤਸੰਗਤ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਧਿਆਨ ਵਿੱਚ ਟਿਕ ਕਰਕੇ ਗੁਰੂਦੇਵ ਦੇ ਸਾਹਿਬਜ਼ਾਦਿਆਂ ਨੂੰ ਚੇਤੇ ਕਰ ਰਹੇ ਹੋ। ਕਿ ਜੋ ਸੰਗਤ ਕਰਨੀ ਹੈ ਨਾ, ਇਹ ਮਹਾਰਾਜ ਸਾਹਿਬ ਜੀ ਦੀ ਸੰਗਤ ਕਰਨੀ ਹੈ। ਸਤਿਗੁਰੂ ਜੀ ਦੇ ਸਾਹਿਬਜ਼ਾਦਿਆਂ ਦੇ ਸਰਵਣ ਦਰਸ਼ਨ ਹਨ। ਮਾਤਾ ਸਾਹਿਬ ਜੀ ਦਾ ਸਰਵਣ ਦਰਸ਼ਨ ਹੈ। ਕਿਵੇਂ ਮਾਤਾ ਸਾਹਿਬ ਨੇ ਸ਼ਹਾਦਤ ਪਾਈ ਹੈ, ਕਿਵੇਂ ਸਾਹਿਬਜ਼ਾਦੇ ਸ਼ਹੀਦ ਹੋਏ ਹੈ। ਇਹ ਦਿਲ ਚੀਰਵੀਂ ਦਾਸਤਾਂ ਆਪਾਂ ਜਿੰਨੇ ਦਿਨ ਹਨ ਰੋਜ਼ ਸ਼ਾਮ ਨੂੰ ਸਰਵਣ ਕਰਾਂਗੇ। ਕਿਵੇਂ ਨੂਰਾ ਮਾਹੀ ਆਉਂਦਾ ਤੇ ਗੁਰੂਦੇਵ ਦੇ ਸਾਹਮਣੇ ਇਹ ਸਾਰੀ ਸ਼ਹੀਦੀ ਦੀ ਵਿਥਿਆ ਕਿਵੇਂ ਸੁਣਾਉਂਦਾ ਹੈ ਤੇ ਸਤਿਗੁਰੂ ਜੀ ਕਿਵੇਂ ਸੁਣਦੇ ਹੈ, ਕੀ ਬਚਨ ਕਰਦੇ ਹੈ। ਇਹ ਸਾਰਾ ਇਤਿਹਾਸ ਆਵੇਗਾ। ਹੋਈਆਂ ਭੁੱਲਾਂ ਬਖਸ਼ ਲੈਣੀਆਂ, ਅੱਗੇ ਵਾਸਤੇ ਸਮਤ ਬਖਸ਼ਣੀ ਜੀ। ਹੋ ਤੋ ਸਮਾ ਤਬ ਪ੍ਰਾਤ ਕੋ ਗਮਨਿਓ ਜਬ ਮਾਹੀ, ਵਾਯु बेग ते शीघ्र चल तायो मग माही। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਚੁੱਤ ਹੈ ਪਾਰ ਬ੍ਰਹਮ, ਅਬਿਨਾਸੀ ਅਗਨਾਸ, ਹੈ ਪੂਰਨ ਹੈ ਸਰਬ ਮੈਂ, ਦੁਖ ਭੰਜਨ ਗੁਣ ਤਾਸ, हे संगी निरंकार, निर्गुण सब टेक, हे गोबिंद हे गुण निधान, जाकै सदा विवेक, हे अपरंपर हर हरे, हरि ओम हार, हे संत कै सदा संग, शरणागति कृपा सेवक अखुर हर मन वस्तु, नानक होत निहार, नाम जहाज है चढ़े सो तरे पार, जो श्रद्धा कर सेवंगे गुर पार उतारन, श्रद्धा कर सेवंगे गुर पार उतारन हार। वाहिगुरु जी का खालसा, वाहिगुरु जी की फतेह। वाहिगुरु साहिब जी राम कली महला तीजा आनंद। एक ओंकार सतगुर प्रसाद, आनंद पया मेरी माए, सतगुरु मैं सतगुर ता पाया सहज सेती, मन वजियां वाधाइयां, राग रतन परवार परियां, शबद गावणियां आईयां, शबदों गावो हरि तेरा मन दिया वसाया, कहे नानक आनंद होवा सतगुरु मैं पाया।
ਸੱਚੇ ਸਾਹਿਬ ਕਿਆ ਨਹੀਂ ਕਰਤੇ ਰਹਿ ਸੱਚਾ ਨਾਮ ਮੇਰਾ ਆਧਾਰ ਸਤਿਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆਂ ਹਰ ਸ਼ਾਂਤ ਸੁਖ ਮਨ ਆਇ ਵਸਿਆ ਜਿਨ ਇੱਛਾ ਸਭ ਪੁਜਾਈਆਂ ਕੀਤਾ ਗੁਰੂ ਰਟਾਉ ਜਿਸ ਦੀਆਂ ਵਡਿਆਈਆਂ ਨਾਨਕ ਸੋ ਸੰਤੋ ਸ਼ਬਦ ਤਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਤਿਤ ਕਰ ਸੁਭਾਗੈ ਹਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰਿਆ ਤੁਧ ਵਾਸ ਕੀਤੇ ਕਾਲ ਕੰਟਕ ਮਾਰਿਆ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰਿ ਕੈ ਲਾਗੇ ਨਾਨਕ ਤੈ ਸੁਖ ਹੋਆ ਤਿਤ ਕਰ ਅਨਹਦ ਵਾਜੇ ਸੁਣੋ ਵਡ ਭਾਗਿਓ ਸਗਲ ਮਨੋਰਥ ਪੂਰੇ ਆਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਗੁਰੂ ਸੰਤਾਪ ਉਤਰੇ ਸੁਣੀ ਸਚੀ ਬਾਣੀ ਸੰਤ ਸਾਜਿ ਕਰੇ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਤੇ ਪਵਿੱਤ ਸਤ ਗੁਰ ਲੜਿਆ ਭਰਪੂਰੇ ਅੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤ ਰਾਤ ਗਾਈ ਗਾਇਆ ਹਿਲੈ ਸਗਲ ਜਗਤ ਪੁਰਿਆਈਆ ਵਾਜੇ ਧਰਮ ਹਜ਼ੂਰ ਹਨੀ ਆਪੋ ਆਪਣੀ ਵੇਦ ਰਹਿ ਕੇ ਦੂਰ ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਦੇ ਮੁਖ ਉਜਲੇ ਕਿਤੇ ਛੁਟੀ ਨਾਦ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਦੇ ਮੁਖ ਉਜਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਇ। ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ। ਅਰਜਨ ਹਰਿ ਗੋਬਿੰਦਨੋ ਸਿਮਰੋ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਐ ਘਰ ਨਉ ਨਿਦ ਆਵੈ ਧਾਏ। ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਹਾਜ਼ਰਾ ਹਜੂਰ ਜਾਹਰਾ ਜਹੂਰ ਚਵਰ ਛਤਰ ਤਖਤ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ। ਤਿਨਾਂ ਦੇ ਪਾਠ ਦਰਸ਼ਨ ਉਪਦੇਸ਼ ਦਾ ਧਿਆਨ ਧਰ ਖਾਲਸਾ ਜੀ ਬੋਲਣਾ ਜੀ। ਹੇ ਨਿਵਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਉਟਿਆਂ ਦੀ ਓਟ ਨਿਆਸਰਿਆਂ ਦੇ ਆਸਰੇ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਓ ਮਹਾਰਾਜ। ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ। ਇਹ ਕਰੁਣਾ ਨਿਧਾਨ ਅੰਤਰਜਾਮੀ ਸਤਿਗੁਰੂ ਆਪ ਜੀ ਦੀ ਕਿਰਪਾ ਸਦਕਾ ਆਪ ਜੀ ਦੀ ਪਾਵਨ ਹਜ਼ੂਰੀ ਦੇ ਅੰਦਰ ਮਹਾਰਾਜ ਸਤਿਗੁਰੂ 12 ਪੋਹ ਦੇ ਦਿਹਾੜੇ ਨੂੰ ਸਮਰਪਿਤ ਮਹਾਰਾਜ ਆਪ ਜੀ ਦੀ ਪਾਵਨ ਹਜ਼ੂਰੀ ਦੇ ਅੰਦਰ ਰਾਤਰੀ ਦੇ ਪਹਿਲੇ ਪਹਿਰ ਦੇ ਸੁੰਦਰ ਦੀਵਾਨ ਸਜਾਏ ਗਏ ਹਨ ਮਹਾਰਾਜ। ਸਜੇ ਹੋਏ ਦੀਵਾਨਾਂ ਦੇ ਵਿੱਚ ਆਪ ਜੀ ਦੀ ਕਿਰਪਾ ਸਦਕਾ ਮਹਾਰਾਜ ਆਰਤੀ ਆਰਤੇ ਦਾ ਕੀਰਤਨ ਸ਼ਬਦ ਗਾਇਨ ਹੋਏ ਹਨ ਮਹਾਰਾਜ। ਉਪਰੰਤ ਪਾਵਨ ਗੁਰ ਇਤਿਹਾਸ ਦੀ ਕਥਾ ਵਿਚਾਰ ਹੋਈ ਹੈ ਸਤਿਗੁਰੂ ਸਾਹਿਬ ਮਹਾਰਾਜ। ਆਪ ਜੀ ਦੇ ਬੱਚਿਆਂ ਪਾਸੋਂ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਕਥਾ ਕਰਦਿਆਂ ਹੋਈਆਂ ਅਨੇਕਾਂ ਪ੍ਰਕਾਰ ਦੀਆਂ ਬਿੰਤ ਗਲਤੀਆਂ ਦੀ ਮਾਫੀ ਬਖਸ਼ਣੀ।
ਅੱਗੇ ਤੋਂ ਸ਼ੁੱਧ ਸਪਸ਼ਟ ਇਕਾਗਰਤਾ ਸਹਿਤ ਬਾਣੀ ਪੜ੍ਹਨੀ, ਸ਼ਰਧਾ ਪ੍ਰੇਮ ਭਾਵਨਾ ਦੇ ਨਾਲ ਕੀਰਤਨ ਕਥਾ ਵਿਚਾਰਨ ਕਰਨ ਦੀ ਜਾਚ ਬਖਸ਼ ਕੇ ਨਿਹਾਲ ਕਰਨਾ। ਸਤਿਗੁਰੂ ਜੀਓ ਕਿਰਪਾ ਕਰਨੀ ਮਹਾਰਾਜ, ਪੜ੍ਹੀ ਸੁਣੀ ਬਾਣੀ ਦੇ ਭਾਵ, ਕਥਾ ਵਿਚਾਰਾਂ ਦੇ ਭਾਵ, ਕੀਰਤਨ ਦੇ ਭਾਵ ਦਰਾਈਆਂ ਸੰਗਤਾਂ ਦੇ ਹਿਰਦਿਆਂ ਤੇ ਵਸਾਉਣੇ। ਸਮੂਹ ਸੰਗਤ ਨੂੰ ਆਪਣੇ ਦਰੋਂ ਘਰੋਂ ਗੁਰਸਿੱਖੀ, ਸਿਦਕ, ਭਰੋਸਾ, ਨਾਮ ਬਾਣੀ ਦੀ ਦਾਤ, ਸੇਵਾ ਸਿਮਰਨ ਭਾਵ ਭਗਤੀ ਦੀ ਦਾਤ ਬਖਸ਼ ਕੇ ਨਿਹਾਲ ਕਰਨਾ ਜੀ ਮਹਾਰਾਜ। ਦਾਰਾਈ ਸੰਗਤ ਦੀ ਹਾਜ਼ਰੀ, ਤਿਲਫੁਲ ਭੇਟਾ ਦਰ ਪ੍ਰਵਾਨ ਕਰਨੀ, ਕਦਮ ਕਦਮ ਚੱਲਿਆ ਹੋਏ ਲੇਖੇ ਵਿੱਚ ਲਾਉਣਾ। ਜਿਨ੍ਹਾਂ ਭੰਡਾਰਿਆਂ ਵਿੱਚੋਂ ਤਿਲਫੁਲ ਆਇਆ ਹੈ, ਸੋ ਭੰਡਾਰੇ ਭਰਪੂਰ ਕਰਨੇ, ਕਾਲ ਕੰਟਕ ਦੂਰ ਕਰਨੇ। ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਨੀ ਮਹਾਰਾਜ। ਅੱਜ ਦੇ ਲੰਗਰਾਂ ਦੀਆਂ ਜਿਨ੍ਹਾਂ ਗੁਰਮੁਖ ਪਰਿਵਾਰਾਂ ਨੇ ਸੇਵਾਵਾਂ ਕੀਤੀਆਂ ਹਨ, ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਚੜ੍ਹਦੀ ਕਲਾ ਬਖਸ਼ਣੀ, ਨਾਮ ਬਾਣੀ ਦੀ ਦਾਤ ਬਖਸ਼ ਕੇ ਨਿਹਾਲ ਕਰਨਾ ਜੀ। ਸਮੂਹ ਸੰਗਤਾਂ ਦੀਆਂ ਮਨੋਕਾਮਨਾਵਾਂ ਗੁਰਮਤਿ ਅਨੁਸਾਰ ਆਪਣੇ ਦਰੋਂ ਘਰੋਂ ਪੂਰਨ ਕਰਨੀਆਂ। ਮਹਾਰਾਜ ਕਿਰਪਾ ਕਰੋ, ਆਪ ਜੀ ਦੇ ਚਰਨਾਂ ਪਾਸ ਆਪ ਜੀ ਦੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸਜਾ ਕੇ ਹਾਜ਼ਰ ਕੀਤੀ ਗਈ ਹੈ। ਦੇਗ ਸਜਾਉਂਦਿਆਂ ਹੋਇਆਂ ਦੇਗ ਦੇ ਹਜ਼ੂਰ ਬਾਣੀ ਪੜ੍ਹਦਿਆਂ ਹੋਈਆਂ ਗਲਤੀਆਂ ਦੀ ਮਾਫੀ ਬਖਸ਼ਣੀ ਕਰੋ। ਕਿਰਪਾ ਅਨੇਕ ਪ੍ਰਕਾਰ ਭੋਜਨ ਬਹੁ ਪੀਏ, ਬਹੁ ਵਿੰਜਨ ਮਿਸ਼ਟਾਏ, ਕਰੀ ਬਾਗਸਾਲ ਸੋਚ ਪਵਿੱਤਰਾ, ਹੁਣ ਲਾਭ ਹੋ ਭੋਗ ਹਰ ਰਾਏ। ਲੱਗਿਆ ਹੋਇਆ ਭੋਗ ਆਪ ਜੀ ਦੀ ਪਿਆਰੀ ਸਾਧ ਸੰਗਤ ਵਿੱਚ ਵਰਤੇ, ਜੋ ਜੀ ਸਕੇ ਸੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦਾ ਪਵਿੱਤਰ ਨਾਮ ਜਪੇ। ਕਰੋ ਕਿਰਪਾ ਇਲਾਹੀ, ਹੁਕਮਨਾਮੇ ਬਖਸ਼ ਕੇ ਦਾਰਾਈਆਂ ਸੰਗਤਾਂ ਨਿਹਾਲ ਕਰੋ ਜੀ। ਹੁਕਮਨਾਮਿਆਂ ਤੇ ਚੱਲਣ ਦੀ ਸੋਝੀ ਬਖਸ਼ਣੀ, ਸਹੀ ਗੁਰਮੁਖ ਪਿਆਰਿਆਂ ਦੇ ਮੇਲ ਕਰਾਉਣੇ। ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿਤਾਵੈ, ਨਾਨਕ ਨਾਮ ਚੜ੍ਹਦੀ ਕਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਡਹੰਸ ਮਹੱਲਾ ਚੌਥਾ। ਹਰ ਸਤਿਗੁਰ ਮੇਲ, ਹਰ ਸਤਿਗੁਰ ਚਰਨ ਹਮ ਭਾਇਆ ਰਾਮ। ਤਿਮਰ ਅਗਿਆਨ ਗਵਾਇਆ, ਗੁਰ ਗਿਆਨ ਅੰਜਨ ਗੁਰ ਪਾਇਆ ਰਾਮ। ਹਰ ਸਤਿਗੁਰ ਮੇਲ, ਹਰ ਸਤਿਗੁਰ ਚਰਨ ਹਮ ਭਾਇਆ ਰਾਮ। ਤਿਮਰ ਅਗਿਆਨ ਗਵਾਇਆ, ਗੁਰ ਗਿਆਨ ਅੰਜਨ ਗੁਰ ਪਾਇਆ ਰਾਮ।